ਸਟਾਰਟ। ਚੋਣ ਕਮਿਸ਼ਨ ਵੱਲੋਂ 4 ਰਾਜਾਂ ਅਤੇ ਇੱਕ ਕੇਂਦਰੀ ਪ੍ਰਸ਼ਾਸਿਤ ਪ੍ਰਦੇਸ਼ ਵਿੱਚ ਚੋਣਾਂ ਦੇ ਐਲਾਨ ਨੇ ਸਿਆਸੀ ਫਿਜ਼ਾ ਵਿੱਚ ਵੱਡੀ ਸਰਗਰਮੀ ਲਿਆਂਦੀ ਹੈ। ਡੰਡੀ ਉਂਝ ਤਾਂ ਵਿਧਾਨ ਸਭਾਵਾਂ ਦੀ ਮਿਤੀ ਪੁੱਗਣ ਤੋਂ ਪਹਿਲਾਂ ਇਹਨਾਂ ਚੋਣਾਂ ਦਾ ਐਲਾਨ ਹੋਣਾ ਇੱਕ ਆਮ ਗੱਲ ਹੈ, ਪਰ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਵੇਖਿਆ ਜਾ ਸਕਦਾ ਹੈ, ਉਸ ਵਿੱਚ ਕੁਝ ਕਾਰਨਾਂ ਕਰਕੇ ਇਹਨਾਂ ਰਾਜਾਂ ਦੀਆਂ ਚੋਣਾਂ ਦਾ ਮਹੱਤਵ ਜ਼ਰੂਰ ਵਧ ਗਿਆ ਹੈ। ਡੰਡੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਸਰਕਾਰ ਦਾ ਦੂਜਾ ਕਾਰਜਕਾਲ ਚੱਲ ਰਿਹਾ ਹੈ। ਡੰਡੀ ਚੋਣਾਂ ਭਾਵੇਂ ਸਥਾਨਕ ਪੱਧਰ 'ਤੇ ਸੱਤਾਧਾਰੀ ਰਹੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਅਤੇ ਹੋਰ ਸਥਾਨਕ ਮੁੱਦਿਆਂ 'ਤੇ ਹੋਣਗੀਆਂ, ਪਰ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਵੀ ਇਹਨਾਂ ਨੂੰ ਪ੍ਰਭਾਵਿਤ ਕਰੇਗੀ। ਡੰਡੀ ਚਾਹੇ ਹਰ ਰਾਜ ਦੀ ਸਥਿਤੀ ਵੱਖੋ ਵੱਖਰੀ ਹੈ, ਪਰ ਇਹਨਾਂ ਨੂੰ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ 'ਤੇ ਵੀ ਇੱਕ ਤਰ੍ਹਾਂ ਨਾਲ ਫਤਵਾ ਮੰਨਿਆ ਜਾਵੇਗਾ। ਡੰਡੀ ਕਿਉਂਕਿ ਇਹਨਾਂ ਵਿੱਚ ਭਾਜਪਾ ਦੀ ਟੇਕ ਵਧੇਰੇ ਕਰਕੇ ਸ਼੍ਰੀ ਮੋਦੀ ਉੱਪਰ ਹੀ ਰਹੇਗੀ ਤੇ ਉਹੀ ਕੇਂਦਰ ਬਿੰਦੂ ਬਣ ਕੇ ਉੱਭਰਨਗੇ। ਡੰਡੀ ਚਾਹੇ ਇਹਨਾਂ 'ਚੋਂ ਕੁਝ ਰਾਜਾਂ ਵਿੱਚ ਸਰਕਾਰਾਂ ਵੱਖੋ ਵੱਖਰੀ ਪਾਰਟੀ ਦੀਆਂ ਹਨ। ਡੰਡੀ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਹੈ। ਡੰਡੀ ਕੇਰਲ ਵਿੱਚ ਸਰਕਾਰ ਦੀ ਅਗਵਾਈ ਮਾਰਕਸੀ ਪਾਰਟੀ ਕਰ ਰਹੀ ਹੈ। ਡੰਡੀ ਆਸਾਮ ਵਿੱਚ ਭਾਜਪਾ ਦਾ ਪ੍ਰਸ਼ਾਸਨ ਹੈ। ਡੰਡੀ ਤਾਮਿਲਨਾਡੂ ਵਿੱਚ AIADMK ਦੀ ਹਕੂਮਤ ਹੈ ਅਤੇ ਪੁਡੂਚੇਰੀ ਵਿੱਚ ਕਾਂਗਰਸੀ ਮੁੱਖ ਮੰਤਰੀ ਨੂੰ ਪਾਰਟੀ ਅੰਦਰੋਂ ਬਗਾਵਤ ਹੋਣ ਕਾਰਨ ਘੱਟ ਗਿਣਤੀ ਵਿੱਚ ਰਹਿ ਜਾਣ ਕਰਕੇ ਅਸਤੀਫਾ ਦੇਣਾ ਪਿਆ ਹੈ। ਡੰਡੀ ਇਹਨਾਂ ਵਿੱਚ ਸਭ ਤੋਂ ਵਧੇਰੇ ਸੀਟਾਂ ਪੱਛਮੀ ਬੰਗਾਲ ਦੀਆਂ ਹਨ, ਜਿਸ ਦੀ ਵਿਧਾਨ ਸਭਾ ਦੇ 294 ਵਿਧਾਇਕ ਹਨ। ਡੰਡੀ ਤਾਮਿਲਨਾਡੂ ਦੀ ਵਿਧਾਨ ਸਭਾ ਵਿੱਚ 234 ਵਿਧਾਇਕ ਹਨ। ਕੇਰਲ ਦੀ ਅਸੈਂਬਲੀ ਦੀਆਂ ਸੀਟਾਂ 140, ਆਸਾਮ ਦੀਆਂ 126 ਅਤੇ ਪੁਡੂਚੇਰੀ ਦੀਆਂ 30 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਡੰਡੀ ਪੱਛਮੀ ਬੰਗਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੜਾ ਸਖਤ ਸਿਆਸੀ ਮਾਹੌਲ ਬਣਿਆ ਰਿਹਾ ਹੈ। ਡੰਡੀ ਪਿਛਲੇ 10 ਸਾਲਾਂ ਤੋਂ ਮਮਤਾ ਬੈਨਰਜੀ ਇੱਥੇ ਹਕੂਮਤ ਚਲਾ ਰਹੀ ਹੈ। ਡੰਡੀ ਚਾਹੇ ਭਾਜਪਾ ਦਾ ਵੋਟ ਬੈਂਕ 10 ਸਾਲ ਪਹਿਲਾਂ ਇੱਥੇ ਨਾਮ ਮਾਤਰ ਹੀ ਸੀ, ਪਰ ਹੁਣ ਇਸ ਨੇ ਇੱਕ ਲੰਮਾ ਸਫ਼ਰ ਤੈਅ ਕਰਕੇ ਇਸ ਰਾਜ ਵਿੱਚ ਆਪਣੀ ਪੈਂਠ ਬਣਾ ਲਈ ਹੈ। ਡੰਡੀ ਇਸ ਵਾਰ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿੱਚ ਬਣਿਆ ਦਿਖਾਈ ਦਿੰਦਾ ਹੈ, ਜਦੋਂ ਕਿ ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਦੀਆਂ ਨਜ਼ਰ ਆ ਰਹੀਆਂ ਹਨ। ਡੰਡੀ ਸਾਲ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਇੱਥੋਂ ਸਿਰਫ 2 ਸੀਟਾਂ ਹੀ ਮਿਲੀਆਂ ਸਨ। ਡੰਡੀ ਪਰ
2018 ਵਿੱਚ ਭਾਜਪਾ ਨੂੰ ਇੱਥੋਂ ਲੋਕ ਸਭਾ ਦੀਆਂ 18 ਸੀਟਾਂ ਮਿਲ ਗਈਆਂ ਸਨ। ਡੰਡੀ ਉਸ ਦਾ ਵੋਟ ਫੀਸਦੀ ਵੀ 10% ਤੋਂ ਵੱਧ ਕੇ 40% ਹੋ ਗਿਆ ਹੈ, ਜਦਕਿ ਇਸੇ ਸਮੇਂ ਖੱਬੇ ਪੱਖੀਆਂ ਅਤੇ ਕਾਂਗਰਸ ਦੀ ਵੋਟ ਫੀਸਦੀ ਕਾਫੀ ਘਟ ਗਈ ਸੀ। ਡੰਡੀ 10 ਸਾਲ ਪਹਿਲਾਂ ਮਮਤਾ ਨੇ ਖੱਬੇ ਪੱਖੀਆਂ ਤੋਂ ਪਰਿਵਰਤਨ ਦੇ ਨਾਂ 'ਤੇ ਤਾਕਤ ਖੋਹ ਲਈ ਸੀ। ਡੰਡੀ ਹੁਣ ਭਾਜਪਾ ਵੀ ਪਰਿਵਰਤਨ ਦੇ ਨਾਂ 'ਤੇ ਉਸ ਵਿਰੁੱਧ ਚੋਣ ਲੜ ਰਹੀ ਹੈ। ਡੰਡੀ ਉਸ ਨੇ ਇੱਕ ਵਾਰ ਤਾਂ ਇਹਨਾਂ ਚੋਣਾਂ ਲਈ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ ਅਤੇ ਮਮਤਾ ਲਈ ਵੱਡੀ ਚੁਣੌਤੀ ਉੱਭਰ ਕੇ ਬਣੀ ਹੈ। ਡੰਡੀ ਅਸਾਮ ਵਿੱਚ ਪਿਛਲੇ 5 ਸਾਲਾਂ ਤੋਂ ਭਾਜਪਾ ਹੁਕੂਮਤ ਚਲਾ ਰਹੀ ਹੈ। ਡੰਡੀ ਇਸ ਤੋਂ ਪਹਿਲਾਂ 3 ਕਾਰਜਕਾਲਾਂ ਤੱਕ ਇੱਥੇ ਕਾਂਗਰਸ ਦਾ ਰਾਜ ਰਿਹਾ ਸੀ। ਡੰਡੀ ਚਾਹੇ ਇਸ ਵਾਰ ਵੀ ਮੁਕਾਬਲਾ ਦੋਵਾਂ ਪਾਰਟੀਆਂ ਵਿੱਚ ਹੀ ਦਿਖਾਈ ਦਿੰਦਾ ਹੈ, ਪਰ ਪਿਛਲੇ ਸਮੇਂ ਵਿੱਚ ਭਾਜਪਾ ਦੀ ਮੋਦੀ ਸਰਕਾਰ ਨੇ ਇਸ ਸੂਬੇ ਵਿੱਚ ਵਿਕਾਸ ਦੇ ਕੰਮਾਂ ਦੀ ਝੜੀ ਲਗਾ ਦਿੱਤੀ ਸੀ। ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਸਾਮ ਫੇਰੀਆਂ ਦੀ ਕਾਫੀ ਚਰਚਾ ਹੁੰਦੀ ਰਹੀ ਹੈ। ਡੰਡੀ ਪੈਰਾ ਤਾਮਿਲਨਾਡੂ ਵਿੱਚ AIADMK ਦੀ ਅਗਵਾਈ ਵਿੱਚ ਪਲਨੀਸਵਾਮੀ ਮੁੱਖ ਮੰਤਰੀ ਹਨ। ਡੰਡੀ ਉਹਨਾਂ ਦਾ ਕੇਂਦਰ ਵਿੱਚ ਭਾਜਪਾ ਨਾਲ ਸਾਥ ਰਿਹਾ ਹੈ। ਡੰਡੀ ਇਸ ਵਾਰ DMK ਦੇ ਆਗੂ MK ਸਟਾਲਿਨ ਦਾ ਸੂਬੇ ਦੀ ਸਿਆਸਤ ਵਿੱਚ ਵੱਡਾ ਉਭਾਰ ਵੇਖਿਆ ਜਾ ਰਿਹਾ ਹੈ। ਡੰਡੀ ਜੈਲਲਿਤਾ ਦੀ ਸਹਿਯੋਗੀ ਰਹੀ ਸ਼ਸ਼ੀ ਕਲਾ ਵੀ ਹੁਣ ਜੇਲ੍ਹ ਤੋਂ ਬਾਹਰ ਆ ਗਈ ਹੈ। ਡੰਡੀ ਉਸ ਦਾ ਵੱਡਾ ਅਸਰ ਵੀ AIADMK ਦੀ ਸਿਆਸਤ 'ਤੇ ਵੇਖਿਆ ਜਾਏਗਾ। ਡੰਡੀ ਉਸ ਵੱਲੋਂ ਇਸ ਪਾਰਟੀ ਦੀਆਂ ਚੋਣਾਂ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਵੱਡਾ ਅਸਰ ਪਾਉਣ ਦੀ ਸੰਭਾਵਨਾ ਹੈ, ਭਾਵੇਂ ਕਿ AIADMK ਮੌਜੂਦਾ ਲੀਡਰਸ਼ਿਪ ਨਾਲ ਉਹਨਾਂ ਦੇ ਤਿੱਖੇ ਮਤਭੇਦ ਵੀ ਹਨ। ਡੰਡੀ ਪੁਡੂਚੇਰੀ ਵਿੱਚ ਕਾਂਗਰਸ ਦੀ ਸਰਕਾਰ ਦੇ ਵਿਧਾਇਕਾਂ ਦੀ ਆਪਸੀ ਫੁੱਟ ਕਾਰਨ ਘੱਟ ਗਿਣਤੀ ਵਿੱਚ ਰਹਿ ਜਾਣ ਕਰਕੇ ਲੱਗੇ ਰਾਸ਼ਟਰਪਤੀ ਰਾਜ ਵਿੱਚ ਇਸ ਪਾਰਟੀ ਲਈ ਮੁੜ ਕੇ ਪੈਰਾਂ ਸਿਰ ਹੋ ਸਕਣਾ ਕਾਫੀ ਮੁਸ਼ਕਲ ਲੱਗ ਰਿਹਾ ਹੈ। ਡੰਡੀ ਆਉਂਦੀ 2 ਮਈ ਨੂੰ ਇਹਨਾਂ ਚੋਣਾਂ ਦੇ ਨਤੀਜੇ ਨਿਕਲਣ ਤੋਂ ਬਾਅਦ ਜਿੱਥੇ ਸਿਆਸਤ ਵਿੱਚ ਨਵੇਂ ਸਮੀਕਰਨਾਂ ਦੇ ਉੱਭਰਨ ਦੀ ਸੰਭਾਵਨਾ ਹੈ, ਉੱਥੇ ਕੇਂਦਰ ਸਰਕਾਰ 'ਤੇ ਵੀ ਇਹਨਾਂ ਨਤੀਜਿਆਂ ਦਾ ਅਸਰ ਪ੍ਰਤੱਖ ਪਿਆ ਦਿਖਾਈ ਦੇਵੇਗਾ, ਜੋ ਨਵੀਂ ਸਿਆਸੀ ਸਫਬੰਦੀ ਨੂੰ ਵੀ ਜਨਮ ਦੇਣ ਦੇ ਸਮਰੱਥ ਹੋਵੇਗਾ। ਡੰਡੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਆਗਮਨ 14ਵੀਂ ਸਦੀ ਦੇ ਉਹਨਾਂ ਹਨੇਰਗਰਦੀ ਵਾਲੇ ਸਮਿਆਂ ਵਿੱਚ ਹੋਇਆ ਜਦੋਂ ਸ਼ੂਦਰਾਂ ਅਤੇ ਅਛੂਤਾਂ ਦਾ ਜੀਣਾ ਡਰ, ਦੁੱਖਾਂ, ਚਿੰਤਾਵਾਂ ਅਤੇ ਕਸ਼ਟਾਂ ਭਰਿਆ ਸੀ। ਡੰਡੀ ਉਹਨਾਂ ਨੂੰ ਹਰ ਥਾਂ ਥਰਕਾਰਿਆ ਅਤੇ ਫਿਟਕਾਰਿਆ ਜਾਂਦਾ ਸੀ। ਡੰਡੀ ਦੇਸ਼ ਵਿੱਚ ਊਚ ਨੀਚ, ਜਾਤ ਪਾਤ ਦਾ ਬੋਲਬਾਲਾ ਸੀ। ਡੰਡੀ ਵਿਦੇਸ਼ੀ ਹਾਕਮਾਂ ਦੇ ਹਮਲਿਆਂ ਕਾਰਨ ਦੇਸ਼ ਦੀ ਰਾਜਨੀਤਿਕ ਅਤੇ ਸਮਾਜਿਕ ਹਾਲਤ ਬੇਹੱਦ ਖਰਾਬ ਹੋ ਚੁੱਕੀ ਸੀ। ਡੰਡੀ ਸਮਾਜ ਵਿੱਚ ਹਾਸ਼ੀਏ 'ਤੇ ਧੱਕੇ ਜਾ ਰਹੇ ਲੋਕਾਂ ਦੀ ਬਦਤਰ ਹਾਲਤ ਦੇਖ ਕੇ ਉਹਨਾਂ ਦੇ ਹੱਕ ਵਿੱਚ
ਵਿੱਚ ਆਵਾਜ਼ ਉੱਠਣੀ ਸ਼ੁਰੂ ਹੋ ਗਈ ਸੀ ਡੰਡੀ। ਇਸ ਅਨਿਆਂ ਭਰੀ ਸਮਾਜਿਕ ਵਿਵਸਥਾ ਦੀਆਂ ਚੂਲਾਂ ਹਿਲਾਉਣ ਲਈ ਦੇਸ਼ ਵਿੱਚ ਭਗਤੀ ਅੰਦੋਲਨ ਸ਼ੁਰੂ ਹੋ ਚੁੱਕਾ ਸੀ ਡੰਡੀ। ਇਸ ਭਗਤੀ ਅੰਦੋਲਨ ਵਿੱਚ ਮੁੱਖ ਤੌਰ 'ਤੇ ਨਾਮਦੇਵ ਜੀ, ਰਵਿਦਾਸ ਜੀ, ਕਬੀਰ ਜੀ, ਸੈਨ ਜੀ, ਪੀਪਾ ਜੀ, ਧੰਨਾ ਜੀ ਆਦਿ ਸ਼ਾਮਿਲ ਸਨ ਡੰਡੀ। ਇਹਨਾਂ ਸਾਰੇ ਸੰਤਾਂ ਗੁਰੂਆਂ ਦੀ ਬਾਣੀ ਨੇ ਲੋਕਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸੁਤੰਤਰਤਾ ਦੀ ਪ੍ਰਾਪਤੀ ਲਈ ਜੂਝਣ ਲਈ ਪ੍ਰੇਰਿਆ ਡੰਡੀ। ਮੱਧ ਕਾਲ ਵਿੱਚ ਭਾਰਤ ਦੀ ਸਥਿਤੀ ਬਹੁਤ ਦਰਦਨਾਕ ਸੀ ਡੰਡੀ। ਮੁਗਲ ਸਾਮਰਾਜ ਆਮ ਲੋਕਾਂ ਨੂੰ ਡਰਾ ਧਮਕਾ ਕੇ ਮੁਸਲਮਾਨ ਬਣਾ ਰਿਹਾ ਸੀ ਅਤੇ ਹਿੰਦੂ ਸਮਾਜ ਵੀ ਅਛੂਤਾਂ ਅਤੇ ਸ਼ੂਦਰਾਂ ਨੂੰ ਨਫ਼ਰਤ ਕਰਦਾ ਸੀ ਡੰਡੀ। ਇਸ ਬਾਰੇ ਗੁਰੂ ਰਵਿਦਾਸ ਜੀ ਫਰਮਾਉਂਦੇ ਹਨ, ਇਸ ਪ੍ਰਕਾਰ ਆਮ ਲੋਕ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੇ ਸਨ ਡੰਡੀ। ਇਹ ਵੀ ਕਿਹਾ ਜਾਂਦਾ ਹੈ ਕਿ ਜਦ ਜਦ ਸੰਸਾਰ ਵਿੱਚ ਮਨੁੱਖ ਨਾਲ ਨਫ਼ਰਤ ਕਰਦਾ ਹੈ, ਮਨੁੱਖ ਨਾਲ ਵੈਰ ਕਰਦਾ ਹੈ, ਤਾਂ ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਚੰਗਾ ਨਹੀਂ ਲੱਗਦਾ ਡੰਡੀ। ਅਜਿਹੇ ਸਮੇਂ ਵਿੱਚ ਉਹ ਖੁਦ ਹੀ ਸੰਸਾਰ ਵਿੱਚ ਆ ਕੇ ਬਰਾਬਰੀ ਦਾ ਰਸਤਾ ਦਿਖਾਉਂਦਾ ਹੈ ਡੰਡੀ। ਗੁਰੂ ਰਵਿਦਾਸ ਜੀ ਫਰਮਾਉਂਦੇ ਹਨ, ਗੁਰੂ ਰਵਿਦਾਸ ਜੀ ਦਾ ਜਨਮ ਸੰਨ 1377 ਈਸਵੀ ਵਿੱਚ ਮਾਘ ਦੀ ਪੂਰਨਮਾਸ਼ੀ ਦੇ ਦਿਨ ਸੀਰ ਗੋਵਰਧਨਪੁਰ, ਬਨਾਰਸ, ਉੱਤਰ ਪ੍ਰਦੇਸ਼ ਵਿਖੇ ਹੋਇਆ ਡੰਡੀ। ਆਪ ਜੀ ਦੇ ਪਿਤਾ ਦਾ ਨਾਮ ਸੰਤੋਖ ਦਾਸ ਅਤੇ ਮਾਤਾ ਦਾ ਨਾਂ ਕਲਸ਼ਾ ਦੇਵੀ ਸੀ ਡੰਡੀ। ਆਪ ਜੀ ਦੇ ਪਿਤਾ ਜੀ ਚਮੜੇ ਦਾ ਵਪਾਰ ਕਰਦੇ ਸੀ, ਪਰ ਗੁਰੂ ਜੀ ਦਾ ਜ਼ਿਆਦਾ ਧਿਆਨ ਦੀਨ ਦੁਖੀਆਂ, ਸਾਧੂਆਂ ਅਤੇ ਭਗਤਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਸੀ ਡੰਡੀ। ਇਹ ਵੇਖ ਕੇ ਪਿਤਾ ਜੀ ਨੇ ਆਪ ਜੀ ਦੀ ਸ਼ਾਦੀ ਲੋਨਾ ਦੇਵੀ ਨਾਲ ਕਰ ਦਿੱਤੀ ਡੰਡੀ। ਪਿਤਾ ਜੀ ਦਾ ਹੁਕਮ ਮੰਨਦੇ ਹੋਏ ਆਪ ਜੀ ਨੇ ਵੱਖਰਾ ਪਰਿਵਾਰਕ ਜੀਵਨ ਸ਼ੁਰੂ ਕੀਤਾ ਅਤੇ ਘਰ ਪਰਿਵਾਰ ਚਲਾਉਣ ਲਈ ਖੁਦ ਟੁੱਟੀਆਂ ਜੁੱਤੀਆਂ ਗੰਢਣ ਦਾ ਕੰਮ ਕੀਤਾ ਡੰਡੀ। ਹੱਥੀਂ ਮਿਹਨਤ ਕਰਦੇ ਹੋਏ ਵੀ ਉਹ ਜ਼ਿਆਦਾ ਸਮਾਂ ਸਤਸੰਗ ਅਤੇ ਵਿਚਾਰ ਗੋਸ਼ਟੀਆਂ ਵਿੱਚ ਲਗਾਉਂਦੇ ਡੰਡੀ। ਉਹਨਾਂ ਦੇਖਿਆ ਕਿ ਗਰੀਬ ਲੋਕਾਂ ਉੱਪਰ ਅਤਿਆਚਾਰ ਕੀਤੇ ਜਾਂਦੇ ਹਨ ਡੰਡੀ। ਲੋਕ ਊਚ ਨੀਚ ਅਤੇ ਕਰਮ ਕਾਂਡਾਂ ਵਿੱਚ ਲੱਗੇ ਹੋਏ ਹਨ ਡੰਡੀ ਪੈਰਾ। ਗੁਰੂ ਰਵਿਦਾਸ ਜੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ ਜੋ ਵਰਨ ਵਿਵਸਥਾ ਤੋਂ ਮੁਕਤ, ਜਾਤ ਰਹਿਤ ਹੋਵੇ। ਇਸ ਵਿੱਚ ਕੋਈ ਉੱਚਾ ਨੀਵਾਂ, ਗਰੀਬ ਅਮੀਰ ਅਤੇ ਇਸਤਰੀ ਪੁਰਸ਼ ਦਾ ਕੋਈ ਭਿੰਨ ਭੇਦ ਨਾ ਹੋਵੇ ਡੰਡੀ। ਜੀਵਨ ਦੇ ਹਰ ਖੇਤਰ ਵਿੱਚ ਹਰੇਕ ਨਾਗਰਿਕ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਣ ਡੰਡੀ। ਮੁੱਢਲੀਆਂ ਲੋੜਾਂ ਦੀ ਪੂਰਤੀ ਰਾਜ ਵੱਲੋਂ ਪ੍ਰਦਾਨ ਕਰਾਈ ਜਾਵੇ ਡੰਡੀ। ਰਾਜ ਵਿੱਚ ਲੋਕਤੰਤਰ ਹੋਵੇ, ਭਾਵ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਰਾਬਰੀ ਹੋਵੇ ਡੰਡੀ। ਉਸ ਆਦਰਸ਼ ਸਮਾਜ ਦਾ ਨਾਂ ਉਹਨਾਂ ਬੇਗਮਪੁਰਾ ਲਿਖਿਆ ਹੈ ਡੰਡੀ। 6 ਸਦੀਆਂ ਪਹਿਲਾਂ ਗੁਰੂ ਰਵਿਦਾਸ ਵੱਲੋਂ ਕਲਪਨਾ ਕੀਤੇ ਗਏ ਲੋਕਤੰਤਰ, ਸਮਾਜਵਾਦ, ਧਰਮ ਨਿਰਪੱਖਤਾ ਅਤੇ ਰਾਸ਼ਟਰੀਅਤਾ ਦੇ ਸਿਧਾਂਤਾਂ ਵਾਲੇ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ ਅੱਜ ਵੀ ਇੱਕ ਅਹਿਮ ਕਾਰਜ ਹੈ ਡੰਡੀ। ਉਹਨਾਂ ਦੀ ਭਗਤੀ ਭਾਵਨਾ ਅਤੇ ਗਿਆਨਮਈ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਕਈ ਹੰਕਾਰੇ ਰਾਜੇ
ਅਤੇ ਮਹਾਰਾਜੇ ਮਹਾਰਾਣੀਆਂ ਪਟਰਾਣੀਆਂ ਅਤੇ ਆਮ ਲੋਕ ਉਹਨਾਂ ਦੇ ਸ਼ਿਸ਼ ਬਣੇ, ਜਿਨ੍ਹਾਂ ਵਿੱਚ ਪ੍ਰਮੁੱਖ ਸਨ ਪਟਰਾਣੀ ਝਾਲਾਂ ਬਾਈ, ਮਹਾਰਾਣੀ ਮੀਰਾਂ ਬਾਈ, ਮਹਾਰਾਜਾ ਕੁੰਭਾ, ਰੀਵਾ ਨਰੇਸ਼, ਵੀਰ ਸਿੰਘ, ਮਹਾਰਾਜਾ ਸਾਂਗਾ, ਮਹਾਰਾਜਾ ਬੈਨ ਸਿੰਘ, ਸਿਕੰਦਰ ਲੋਧੀ ਅਤੇ ਰਾਜਾ ਨਾਗਰ ਮੱਲ ਆਦਿ ਡੰਡੀ। ਗੁਰੂ ਜੀ ਦੀ ਵਿਚਾਰਕ ਅਤੇ ਵਿਵਹਾਰਕ ਚੇਤਨਾ ਸਾਰੇ ਭਾਰਤ ਵਿੱਚ ਫੈਲਣ ਲੱਗੀ ਡੰਡੀ। ਆਪਣੇ ਮਤ ਦਾ ਪ੍ਰਚਾਰ ਕਰਨ ਲਈ ਉਹ ਆਪਣੇ ਸਮਕਾਲੀ ਸੰਤਾਂ ਨਾਲ ਦੂਰ ਦੂਰ ਤੱਕ ਗਏ ਡੰਡੀ। ਉਹਨਾਂ ਨਾਲ ਕਬੀਰ ਸਾਹਿਬ ਵੀ ਸਨ ਡੰਡੀ। ਭੇਟ ਵਾਰਤਾਵਾਂ ਹੁੰਦੀਆਂ ਸਨ ਡੰਡੀ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਬਾਣੀ ਦਾ ਉਤਾਰਾ ਆਪਣੇ ਕੋਲ ਸੰਭਾਲ ਲਿਆ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਸੀ ਡੰਡੀ। ਗੁਰੂ ਰਵਿਦਾਸ ਜੀ ਦੇ 40 ਸ਼ਬਦ ਅਤੇ ਇੱਕ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਥਾਂ 'ਤੇ 16 ਰਾਗਾਂ ਵਿੱਚ ਦਰਜ ਹਨ ਡੰਡੀ। ਗੁਰੂ ਰਵਿਦਾਸ ਜੀ ਦੇ ਸਮਕਾਲੀ ਸੰਤਾਂ ਗੁਰੂਆਂ ਜਿਵੇਂ ਕਿ ਧੰਨਾ ਜੀ, ਸੇਵਾਦਾਸ ਜੀ, ਕਬੀਰ ਜੀ, ਦਾਦੂ ਜੀ, ਤੁੱਕਾ ਰਾਮ ਜੀ, ਸੈਣ ਜੀ, ਨਾਮਦੇਵ ਜੀ ਅਤੇ ਸੁੰਦਰ ਦਾਸ ਜੀ ਨੇ ਆਪਣੀ ਬਾਣੀ ਵਿੱਚ ਗੁਰੂ ਰਵਿਦਾਸ ਜੀ ਦੀ ਖੂਬ ਪ੍ਰਸ਼ੰਸਾ ਕੀਤੀ ਹੈ ਅਤੇ ਉਹਨਾਂ ਦੇ ਰਚਨਾਤਮਕ ਯੋਗਦਾਨ ਦਾ ਵੀ ਜ਼ਿਕਰ ਕੀਤਾ ਹੈ ਡੰਡੀ। ਗੁਰੂ ਰਵਿਦਾਸ ਜੀ ਦੀ ਬਾਣੀ ਵਿਸ਼ਵ ਧਰਮ ਦੀ ਵਿਚਾਰਧਾਰਾ ਦੀ ਸਿਰਜਣਾ ਕਰਦੀ ਹੈ ਡੰਡੀ। ਉਹਨਾਂ ਦੀ ਬਾਣੀ ਵਿੱਚ ਗਰੀਬਾਂ ਅਤੇ ਸ਼ੋਸ਼ਿਤਾਂ ਪ੍ਰਤੀ ਗਹਿਰਾ ਦਰਦ ਹੈ ਅਤੇ ਅਪਮਾਨ ਦੇ ਵਿਰੁੱਧ ਕਿਸੇ ਹੱਲ ਵਜੋਂ ਹਰ ਸਮੇਂ ਚਿੰਤਾ ਅਤੇ ਸਮੱਸਿਆ ਪ੍ਰਤੀ ਸੁਚੇਤ ਦ੍ਰਿਸ਼ਟੀ ਹੈ ਡੰਡੀ। ਉਹਨਾਂ ਆਪਣੀ ਬਾਣੀ ਵਿੱਚ ਸਮਾਜਿਕ ਵਿਵਸਥਾ ਅਤੇ ਉਸ ਦੀਆਂ ਅਮਾਨਵੀ ਪਰੰਪਰਾਵਾਂ ਨੂੰ ਚੁਣੌਤੀ ਦੇ ਕੇ ਜਾਤ ਰਹਿਤ ਸਮਾਜ ਸਿਰਜਣ ਦਾ ਮਾਡਲ ਪੇਸ਼ ਕੀਤਾ ਹੈ ਡੰਡੀ। ਪਰਾ ਗੁਰੂ ਰਵਿਦਾਸ ਅਨੁਸਾਰ ਪੀੜਤ ਸਮਾਜ ਦੇ ਦੁੱਖਾਂ ਦਾ ਕਾਰਨ ਅਗਿਆਨਤਾ ਹੈ, ਜਿਸ ਕਾਰਨ ਬੁੱਧੀ ਮਲੀਨ ਹੋ ਜਾਂਦੀ ਹੈ ਡੰਡੀ। ਉਹ ਲਿਖਦੇ ਹਨ, ਗੁਰੂ ਰਵਿਦਾਸ ਜੀ ਨੂੰ ਜ਼ੁਲਮ ਅਤੇ ਜ਼ਬਰ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਵੀ ਕੀਤਾ ਗਿਆ, ਪਰ ਉਹ ਝੁਕੇ ਨਹੀਂ ਡੰਡੀ। ਉਹਨਾਂ ਬਹਾਦਰੀ ਅਤੇ ਨਿਰਭੈ ਹੋ ਕੇ ਮੁਕਾਬਲਾ ਕੀਤਾ ਅਤੇ ਲੁਕਾਈ ਨੂੰ ਸੂਰਮਿਆਂ ਦੀ ਤਰ੍ਹਾਂ ਹਾਲਾਤ ਨਾਲ ਜੂਝਣ ਦਾ ਸੰਦੇਸ਼ ਦਿੱਤਾ ਡੰਡੀ। ਉਹਨਾਂ ਨੇ ਆਪਣੀ ਬਾਣੀ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਪ੍ਰਤੀਕ ਚੁਣ ਕੇ ਇੱਕ ਸੂਰਮੇ ਦੇ ਸੰਪੂਰਨ ਗੁਣ ਆਪਣੇ ਵਿੱਚ ਸੰਜੋ ਕੇ ਰੱਖਣ ਦੀ ਨਸੀਹਤ ਦਿੱਤੀ ਡੰਡੀ। ਛੂਆ-ਛਾਤ ਦੇ ਸ਼ਿਕਾਰ ਭਾਰਤੀ ਸਮਾਜ ਨੂੰ ਗੁਰੂ ਰਵਿਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਰਾਹੀਂ ਇਹ ਸੰਦੇਸ਼ ਦਿੱਤਾ ਕਿ ਹਰ ਪ੍ਰਾਣੀ ਨੂੰ ਭਗਤੀ ਕਰਨ ਦਾ ਅਧਿਕਾਰ ਹੈ ਡੰਡੀ। ਦੁਨੀਆ ਨੂੰ ਸੱਚ ਤੇ ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ ਆਪ ਹਾੜ ਦੀ ਸੰਗਰਾਂਦ ਸੰਨ 1528 ਈਸਵੀ ਨੂੰ ਲੰਮੀ ਉਮਰ ਬਿਤਾ ਕੇ ਬ੍ਰਹਮਲੀਨ ਹੋ ਗਏ ਡੰਡੀ। ਗੁਰੂ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਪਿਆਰ, ਸਾਂਝ, ਏਕਤਾ, ਪਰ ਉਪਕਾਰ, ਸੇਵਾ, ਬਰਾਬਰੀ ਤੇ ਭਾਈਚਾਰਕ ਕਦਰਾਂ ਕੀਮਤਾਂ ਖਾਤਰ ਲਾਇਆ ਡੰਡੀ। ਜੇਕਰ 35 ਕਰੋੜ ਦੀ ਗਿਣਤੀ ਤੋਂ ਵੱਧ ਆਦਿ ਧਰਮੀ ਸਮਾਜ ਨੇ ਆਪਣੀ ਏਕਤਾ, ਇੱਕ ਮੁੱਠਤਾ, ਅਖੰਡਤਾ ਤੇ ਭਾਈਚਾਰਕ ਸਾਂਝ ਨੂੰ ਨਿੱਘਰ ਲੀਹਾਂ 'ਤੇ ਪਾਉਣਾ ਹੈ ਤਾਂ ਜ਼ਰੂਰੀ ਹੈ ਕਿ ਗੁਰੂ ਜੀ ਦੇ
ਬਰਾਬਰੀ ਦੇ ਮਿਸ਼ਨ ਨੂੰ ਤੇਜ਼ੀ ਨਾਲ ਹੋਰ ਅੱਗੇ ਵਧਾਇਆ ਜਾਵੇ। ਡੰਡੀ। ਅੱਜ ਦੇ ਦਿਨ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਡੰਡੀ। ਅੰਗਰੇਜ਼ਾਂ ਖਿਲਾਫ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਅਨੇਕਾਂ ਕ੍ਰਾਂਤੀਕਾਰੀ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮਹਾਨ ਸੁਤੰਤਰਤਾ ਸੰਗਰਾਮੀ ਚੰਦਰ ਸ਼ੇਖਰ ਆਜ਼ਾਦ ਹਨ। ਡੰਡੀ। ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਝਬੂਲਾ ਦੇ ਪਿੰਡ ਬਾਵਰਾ ਵਿੱਚ ਪੰਡਿਤ ਸੀਤਾ ਰਾਮ ਅਤੇ ਮਾਤਾ ਜਗਰਾਣੀ ਦੇਵੀ ਦੇ ਘਰ ਹੋਇਆ। ਡੰਡੀ। ਪੜ੍ਹਾਈ ਵਿੱਚ ਉਸ ਦੀ ਕੋਈ ਖਾਸ ਦਿਲਚਸਪੀ ਨਹੀਂ ਸੀ, ਇਸ ਕਾਰਨ ਉਸ ਦੇ ਪਿਤਾ ਨੇ ਉਸ ਨੂੰ ਸਕੂਲੋਂ ਹਟਾ ਕੇ ਕੰਮ 'ਤੇ ਲਗਾ ਦਿੱਤਾ। ਡੰਡੀ। ਪਰ ਆਜ਼ਾਦ ਉੱਥੋਂ ਭੱਜ ਕੇ ਮੁੰਬਈ ਚਲਾ ਗਿਆ ਅਤੇ ਰੰਗ ਰੋਗਨ ਕਰਨ ਵਾਲੀ ਇੱਕ ਕੰਪਨੀ ਵਿੱਚ ਕੰਮ ਕਰਨ ਲੱਗਿਆ। ਡੰਡੀ। ਉੱਥੋਂ ਆ ਕੇ ਉਸ ਨੇ ਬਨਾਰਸ ਦੇ ਸੰਸਕ੍ਰਿਤ ਸਕੂਲ ਵਿੱਚ ਦਾਖਲਾ ਲੈ ਲਿਆ। ਡੰਡੀ। ਇਸ ਸਮੇਂ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਨਾ ਮਿਲਵਰਤਨ ਅੰਦੋਲਨ ਸ਼ੁਰੂ ਹੋਇਆ। ਡੰਡੀ। ਇਸ ਤੋਂ ਚੰਦਰ ਸ਼ੇਖਰ ਆਜ਼ਾਦ ਵੀ ਪ੍ਰਭਾਵਿਤ ਹੋਏ ਅਤੇ ਇਸ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਡੰਡੀ। ਇਸ ਸਮੇਂ ਬਨਾਰਸ ਦੇ ਸੰਸਕ੍ਰਿਤ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਦਿੱਤੇ ਧਰਨੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੰਡੀ। ਉਸ ਉੱਪਰ ਮੁਕੱਦਮਾ ਚੱਲਿਆ। ਡੰਡੀ। ਜਦੋਂ ਉਸ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਉਸ ਤੋਂ ਪੁੱਛਿਆ ਉਸ ਦਾ ਕੀ ਨਾਂ ਹੈ, ਤਾਂ ਉਸਨੇ ਨਿਡਰ ਹੋ ਕੇ ਜਵਾਬ ਦਿੱਤਾ, ਆਜ਼ਾਦ। ਡੰਡੀ। ਅੱਜ ਜੱਜ ਨੇ ਫਿਰ ਪੁੱਛਿਆ, ਤੇਰੇ ਪਿਤਾ ਦਾ ਨਾਮ ਕੀ ਹੈ, ਤਾਂ ਉਸਨੇ ਜਵਾਬ ਦਿੱਤਾ, ਆਜ਼ਾਦ। ਡੰਡੀ। ਜੱਜ ਨੇ ਫਿਰ ਪੁੱਛਿਆ, ਤੇਰਾ ਘਰ? ਚੰਦਰ ਸ਼ੇਖਰ ਨੇ ਫਿਰ ਜਵਾਬ ਦਿੱਤਾ, ਜੇਲ੍ਹ। ਡੰਡੀ। ਉਸ ਦੇ ਇਹਨਾਂ ਜਵਾਬਾਂ ਤੋਂ ਖਿਝ ਕੇ ਜੱਜ ਨੇ ਉਸਨੂੰ 15 ਕੌੜਿਆਂ ਦੀ ਸਜ਼ਾ ਦਿੱਤੀ। ਡੰਡੀ। ਅਜਿਹਾ ਹੋਣ ਕਾਰਨ ਇਸ ਤੋਂ ਬਾਅਦ ਚੰਦਰ ਸ਼ੇਖਰ ਦੇ ਨਾਂ ਨਾਲ ਆਜ਼ਾਦ ਜੁੜ ਗਿਆ। ਡੰਡੀ। ਮਹਾਤਮਾ ਗਾਂਧੀ ਦੁਆਰਾ ਚੌਰੀ ਦੀ ਘਟਨਾ ਤੋਂ ਬਾਅਦ ਨਾ ਮਿਲਵਰਤਨ ਅੰਦੋਲਨ ਨੂੰ ਖਤਮ ਕਰ ਦਿੱਤਾ ਗਿਆ। ਡੰਡੀ। ਅਜਿਹਾ ਹੋਣ ਕਾਰਨ ਹੋਰਨਾਂ ਨੌਜਵਾਨਾਂ ਵਾਂਗ ਚੰਦਰ ਸ਼ੇਖਰ ਆਜ਼ਾਦ ਵੀ ਨਿਰਾਸ਼ ਹੋ ਗਿਆ। ਡੰਡੀ। ਇਸ ਤੋਂ ਬਾਅਦ ਉਸ ਨੇ ਕਾਸ਼ੀ ਵਿਦਿਆਪੀਠ ਵਿੱਚ ਪੜ੍ਹਨ ਲਈ ਦਾਖਲਾ ਲੈ ਲਿਆ, ਜਿੱਥੇ ਉਸ ਦੀ ਮੁਲਾਕਾਤ ਸੁਤੰਤਰਤਾ ਲਈ ਸੰਘਰਸ਼ ਕਰ ਰਹੇ ਹੋਰਨਾਂ ਕ੍ਰਾਂਤੀਕਾਰੀਆਂ ਨਾਲ ਹੋਈ। ਡੰਡੀ। ਪੈਰਾ। ਭਾਵੇਂ ਆਜ਼ਾਦ ਚੰਗਾ ਪੜ੍ਹ ਲਿਖ ਨਹੀਂ ਸੀ ਸਕੇ, ਪਰ ਉਹ ਆਪਣੇ ਸਾਥੀਆਂ ਤੋਂ ਚੰਗੇ ਦਰਜੇ ਦੀਆਂ ਪੁਸਤਕਾਂ ਪੜ੍ਹਵਾ ਕੇ ਸੁਣਦੇ ਸਨ। ਡੰਡੀ। ਅਜਿਹਾ ਹੋਣ ਕਾਰਨ ਅਤੇ ਆਪਣੇ ਜੀਵਨ ਦੇ ਤੰਗੀ ਤਰੁਸ਼ੀ ਵਾਲੇ ਤਜਰਬਿਆਂ ਕਾਰਨ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਬਣ ਗਿਆ ਸੀ। ਡੰਡੀ। ਉਸਨੇ ਸਤੰਬਰ 1928 ਨੂੰ ਆਪਣੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖਿਆ। ਡੰਡੀ। ਆਜ਼ਾਦ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਰਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਵਿਖੇ ਇਸ ਦੇ ਮੁੱਖ ਦੋਸ਼ੀ ਸਕਾਟ ਦੇ ਭੁਲੇਖੇ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰ ਦਿੱਤਾ। ਡੰਡੀ। ਇਸ ਤੋਂ ਬਾਅਦ ਆਜ਼ਾਦ ਲਾਹੌਰ ਤੋਂ ਬਚ ਨਿਕਲਿਆ। ਡੰਡੀ। ਇਸ ਤਰ੍ਹਾਂ 23 ਦਸੰਬਰ 1929 ਨੂੰ ਭਾਰਤ ਦੇ ਵਾਇਸਰਾਏ ਨੂੰ ਮਾਰਨ ਲਈ ਯੋਜਨਾ ਬਣਾਈ ਗਈ। ਡੰਡੀ। ਪਰ ਇਸ ਹਮਲੇ ਵਿੱਚੋਂ
ਵਾਇਸਰਾਏ ਬਚ ਗਿਆ ਡੰਡੀ। ਚੰਦਰ ਸ਼ੇਖਰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੋਹਰੀ ਮੈਂਬਰਾਂ ਵਿੱਚੋਂ ਬਚਿਆ ਇਕਲੌਤਾ ਕ੍ਰਾਂਤੀਕਾਰੀ ਸੀ ਡੰਡੀ। ਅੰਤ 27 ਫਰਵਰੀ 1931 ਨੂੰ ਇਲਾਹਾਬਾਦ ਪ੍ਰਯਾਗਰਾਜ ਦੇ ਐਲਫਰਡ ਪਾਰਕ ਵਿੱਚ ਆਪਣੇ ਸਾਥੀ ਨੂੰ ਮਿਲਣ ਆਉਣ ਸਮੇਂ ਕਿਸੇ ਮੁਖਬਰ ਦੁਆਰਾ ਕੀਤੀ ਮੁਖਬਰੀ ਕਾਰਨ ਉਹ ਅੰਗਰੇਜ਼ ਪੁਲਿਸ ਦੁਆਰਾ ਘੇਰ ਲਿਆ ਗਿਆ ਡੰਡੀ। ਕੁਝ ਸਮਾਂ ਉਸ ਨੇ ਪੁਲਿਸ ਦਾ ਮੁਕਾਬਲਾ ਕੀਤਾ ਡੰਡੀ। ਅੰਤ ਇੱਕ ਗੋਲੀ ਬਾਕੀ ਬਚਣ 'ਤੇ ਆਜ਼ਾਦ ਆਪਣੇ ਕੀਤੇ ਪ੍ਰਣ ਅਨੁਸਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਬਿਨਾਂ ਪੁਲਿਸ ਦੇ ਹੱਥ ਆਇਆਂ ਸ਼ਹੀਦੀ ਪ੍ਰਾਪਤ ਕਰ ਗਿਆ ਡੰਡੀ। ਪਰ ਉਸ ਸਮੇਂ ਦੇ ਸਰਕਾਰੀ ਰਿਕਾਰਡ ਅਨੁਸਾਰ ਉਸ ਦੀ ਮੌਤ ਮੁੱਠਭੇੜ ਦੌਰਾਨ ਪੁਲਿਸ ਦੀ ਗੋਲੀ ਨਾਲ ਹੋਣ ਦੀ ਗੱਲ ਦਰਜ ਹੈ ਡੰਡੀ। ਉਸ ਸਮੇਂ ਉਸ ਦੀ ਉਮਰ 24 ਸਾਲ ਸੀ ਡੰਡੀ। ਜਿਸ ਜਾਮਣ ਦੇ ਵੱਡੇ ਰੁੱਖ ਨਾਲ ਲੱਗ ਕੇ ਆਜ਼ਾਦ ਨੇ ਪੁਲਿਸ ਦਾ ਮੁਕਾਬਲਾ ਕੀਤਾ ਸੀ, ਬਾਅਦ ਵਿੱਚ ਉਸ ਨੂੰ ਵੱਡੀ ਗਿਣਤੀ ਵਿੱਚ ਲੋਕ ਵੇਖਣ ਆਉਣ ਲੱਗੇ ਡੰਡੀ। ਅਜਿਹਾ ਹੋਣ ਕਾਰਨ ਅੰਗਰੇਜ਼ ਸਰਕਾਰ ਨੇ ਬਾਅਦ ਵਿੱਚ ਇਸ ਨੂੰ ਕਟਵਾ ਦਿੱਤਾ ਡੰਡੀ। ਅੱਜ ਕੱਲ੍ਹ ਇਸ ਪਾਰਕ ਦਾ ਨਾਂ ਚੰਦਰ ਸ਼ੇਖਰ ਪਾਰਕ ਹੈ ਡੰਡੀ। ਸਟਾਰਟ। ਅੱਜ ਕੱਲ੍ਹ ਬੱਚੇ ਮਾਂ ਦੇ ਬੁੱਕਲ 'ਚ ਓਝਲ ਹੁੰਦੇ ਜਾ ਰਹੇ ਹਨ। ਖਾਸ ਕਰਕੇ ਸ਼ਹਿਰੀ ਬੱਚੇ ਝੋਨੇ ਦੇ ਵਾਂਗ ਬੁੱਕਲ ਦੇ ਗਿਆਨ ਤੋਂ ਵੀ ਜ਼ੀਰੋ ਹੁੰਦੇ ਜਾ ਰਹੇ ਹਨ ਡੰਡੀ। ਸ਼ਹਿਰੀ ਬੱਚਿਆਂ ਲਈ ਬੁੱਕਲ ਦਾ ਗਿਆਨ ਓਨਾ ਹੀ ਜਿੰਨਾ ਝੋਨੇ ਦੇ ਬਾਰੇ 'ਚ ਰੁੱਖ ਪੌਦਾ ਜਾਂ ਬੂਟਾ ਹੋਣਾ ਹੈ ਡੰਡੀ। ਬੱਚੇ ਮਾਂ ਦੀ ਬੁੱਕਲ ਤਦ ਹੀ ਸਮਝ ਸਕਣਗੇ ਜਦ ਮਾਂ ਸਾੜੀ ਪਹਿਨੇਗੀ ਡੰਡੀ। ਅੱਜ ਫੈਸ਼ਨ ਬਿਜਲੀ ਦੀ ਰਫ਼ਤਾਰ ਵਾਂਗ ਜਿੱਥੇ ਅੱਗੇ ਵੱਧਦਾ ਜਾ ਰਿਹਾ ਹੈ, ਉੱਥੇ ਅਨੈਤਿਕਤਾ ਪਤਾਲ 'ਚ ਸਮਾਉਂਦੀ ਜਾ ਰਹੀ ਹੈ ਡੰਡੀ। ਫੂਡਤਾ ਫੈਸ਼ਨ ਦੇ ਨਾਂ 'ਤੇ ਤਾਂ ਕੁਝ ਸਟੇਟਸ ਦੇ ਨਾਂ 'ਤੇ ਸਾਡੇ ਪਹਿਰਾਵਿਆਂ ਨੂੰ ਨਿਗਲ ਰਿਹਾ ਹੈ ਡੰਡੀ। ਫੈਸ਼ਨ ਨੇ ਸਾੜੀ ਨੂੰ ਅਜਿਹਾ ਨਿਗਲਿਆ ਜਿਸ ਜਿਵੇਂ ਉਸ ਨਾਲ 36 ਦਾ ਅੰਕੜਾ ਹੋਵੇ ਡੰਡੀ। ਭਰਾ ਮਾਂ ਦੀ ਸਾੜੀ ਦੀ ਬੁੱਕਲ ਸਾਡੀ ਸਭਿਅਤਾ ਦੀ ਰਾਖੀ ਅਤੇ ਸੂਚਕ ਹੈ ਡੰਡੀ। ਅੱਜ ਵੀ ਗਰਮ ਬਰਤਨ ਚੁੱਲ੍ਹੇ ਤੋਂ ਲਾਉਂਦੇ ਸਮੇਂ ਮਾਂ ਦੀ ਬੁੱਕਲ ਨੂੰ ਬਹੁਤ ਯਾਦ ਕਰਦੇ ਹਾਂ ਡੰਡੀ। ਇਹ ਉਹ ਬੁੱਕਲ ਸੀ ਜੋ ਕਦੇ ਰੋਂਦੇ ਹੋਏ ਬੱਚਿਆਂ ਦੇ ਅੱਥਰੂ ਪੂੰਝਣ ਅਤੇ ਕਦੇ ਸਵਾਉਣ ਦਾ ਬਿਸਤਰ ਬਣ ਜਾਂਦੀ ਸੀ ਡੰਡੀ। ਮੱਛਰ ਮੱਖੀ ਦੇ ਭਿੰਨ ਭਿਨਾਉਣ ਤੋਂ ਬੁੱਕਲ ਪੱਖਾ ਬਣ ਕੇ ਹਿੱਲਣ ਲੱਗਦੀ ਸੀ ਡੰਡੀ। ਘਰ 'ਚ ਅਚਾਨਕ ਆ ਧਮਕਣ ਵਾਲੇ ਮਹਿਮਾਨਾਂ ਤੋਂ ਡਰ ਕੇ ਲੁਕਣ ਦਾ ਸਭ ਤੋਂ ਸੁਰੱਖਿਅਤ ਸਥਾਨ ਬੁੱਕਲ ਹੀ ਤਾਂ ਸੀ ਡੰਡੀ। ਨੰਨੇ ਨੰਨੇ ਕਦਮਾਂ ਨਾਲ ਚੱਲਣ ਦਾ ਅਭਿਆਸ ਇਸੇ ਬੁੱਕਲ ਨੂੰ ਫੜ ਕੇ ਕੀਤਾ ਜਾਂਦਾ ਸੀ ਡੰਡੀ। ਭਰਾ ਸਰਦੀ ਮੀਂਹ ਗਰਮੀ ਧਰਤੀ 'ਤੇ ਜਦੋਂ ਆਉਣ ਉਦੋਂ ਆਉਣ, ਪਰ ਮਜਾਲ ਜੋ ਮਾਂ ਦੇ ਲਾਲ ਨੂੰ ਛੂਹ ਸਕਣ ਡੰਡੀ। ਮਾਂ ਦੇ ਬੁੱਕਲ ਨੂੰ ਪਾਰ ਕਰਨ ਦੀ ਦਲੇਰੀ ਕੋਈ ਮੌਸਮ ਨਹੀਂ ਕਰ ਸਕਦਾ ਸੀ ਡੰਡੀ। ਸਾਡੇ ਪਸੀਨੇ ਨੂੰ ਪੂੰਝਣ ਰਾਜਕੁਮਾਰ ਜਿਹਾ ਸਾਨੂੰ
ਪੁਚਕਾਰਨ ਦਾ ਸਾਧਨ ਮਾਂ ਦੇ ਬੁੱਕਲ ਸੇ ਡੰਡੀ। ਮਾਂ ਬੁੱਕਲ 'ਚ ਉਗੀਆਂ ਸਬਜ਼ੀਆਂ, ਖਿੜੇ ਫੁੱਲ ਜਾਂ ਫਿਰ ਚੁਣੀਆਂ ਲੱਕੜੀਆਂ ਆਪਣੇ ਬੁੱਕਲ 'ਚ ਭਰ ਲਿਆਉਂਦੀ ਸੀ ਡੰਡੀ। ਆਪਣੇ ਲੱਲੇ ਦੇ ਲਈ ਖੇਡਾਂ ਖਿਡੌਣੇ, ਮਠਿਆਈ ਆਦਿ ਖਰੀਦਣ ਲਈ ਮਾਂ ਆਪਣੀ ਦੁਨੀਆ ਭਰ ਦੀ ਦੌਲਤ ਬੁੱਕਲ 'ਚ ਹੀ ਤਾਂ ਬੰਨ੍ਹਦੀ ਸੀ ਡੰਡੀ। ਮਾਂ ਦੇ ਬੁੱਕਲ ਨਹੀਂ, ਬੱਚਿਆਂ ਦੇ ਲਈ ਦੁਨੀਆ ਸੀ ਡੰਡੀ। ਅੱਜ ਓਝਲ ਹੁੰਦੀਆਂ ਬੁੱਕਲਾਂ ਤੋਂ ਪ੍ਰੇਮ ਦੇ ਡਿੱਗਦੇ ਅਰਥ ਸ਼ਾਸਤਰ ਦਾ ਆਭਾਸ ਹੋਣ ਲੱਗਦਾ ਹੈ ਡੰਡੀ। ਸੰਸਦ 'ਚ ਸੱਤਾ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਦਰਮਿਆਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਰੀ ਗਰਮਾ ਗਰਮੀ ਅਤੇ ਟਕਰਾਅ ਦੇ ਮਾਹੌਲ ਦੇ ਦਰਮਿਆਨ 9 ਫਰਵਰੀ ਨੂੰ ਸਖਾਵਾਂ ਹਵਾ ਦੇ ਬੁੱਲਿਆਂ ਵਰਗੇ ਕੁਝ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਡੰਡੀ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਕਾਂਗਰਸ ਸਮੇਤ 4 ਮੈਂਬਰਾਂ ਦੀ ਵਿਦਾਈ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਲਾਮ ਨਬੀ ਆਜ਼ਾਦ ਨੇ ਇੱਕ ਦੂਸਰੇ ਦੀ ਖੁੱਲ੍ਹ ਕੇ ਸਿਫਤ ਕੀਤੀ ਅਤੇ ਆਜ਼ਾਦ ਦੇ ਨਾਲ ਆਪਣੀ ਪੁਰਾਣੀ ਦੋਸਤੀ ਦੇ ਕਿੱਸੇ ਸੁਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ 'ਚੋਂ 13 ਮਿੰਟ ਦੇ ਭਾਸ਼ਣ 'ਚ 3 ਵਾਰ ਅੱਥਰੂ ਛਲਕੇ ਡੰਡੀ। ਪ੍ਰਧਾਨ ਮੰਤਰੀ ਨੇ ਕਿਹਾ, ਉਸ ਸਮੇਂ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਅਤੇ ਗੁਲਾਮ ਨਬੀ ਆਜ਼ਾਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ ਤਾਂ ਅੱਤਵਾਦੀ ਹਮਲੇ 'ਚ ਗੁਜਰਾਤ ਦੇ ਕੁਝ ਸੈਲਾਨੀਆਂ ਦੇ ਮਾਰੇ ਜਾਣ ਦੀ ਖਬਰ ਹੈ ਡੰਡੀ। ਇਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਹੁਬਕੀ ਇਸ ਤਰ੍ਹਾਂ ਰੋਂਦਿਆਂ ਹੋਇਆਂ ਦਿੱਤੀ ਸੀ ਜਿਵੇਂ ਉਹ ਇਹਨਾਂ ਦੇ ਆਪਣੇ ਹੀ ਪਿਆਰੇ ਹੋਣ ਡੰਡੀ। ਪਰ ਅੱਖਾਂ ਪੂੰਝਦੇ ਹੋਏ ਉਹ ਬੋਲੇ, ਸੱਤਾ ਤਾਂ ਆਉਂਦੀ ਜਾਂਦੀ ਰਹਿੰਦੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਹੀ ਇਸ ਨੂੰ ਪਹੁੰਚਾਉਣਾ ਆਉਂਦਾ ਹੈ ਡੰਡੀ। ਇੱਕ ਮਿੱਤਰ ਦੇ ਰੂਪ 'ਚ ਮੈਂ ਇਹਨਾਂ ਸਾਲਾਂ 'ਚ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਇਹਨਾਂ ਦਾ ਸਨਮਾਨ ਕਰਦਾ ਹਾਂ ਡੰਡੀ। ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਰਹਿੰਦੇ ਹੋਏ ਇਹਨਾਂ ਨੇ ਕਦੇ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਡੰਡੀ। ਇਹਨਾਂ ਦੀ ਚੰਗਿਆਈ, ਨਿਮਰਤਾ ਅਤੇ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਸ਼ਲਾਘਾਯੋਗ ਹੈ ਡੰਡੀ। ਇਹਨਾਂ ਦੀ ਇਹ ਪ੍ਰਤੀਬੱਧਤਾ ਇਹਨਾਂ ਨੂੰ ਅੱਗੇ ਵੀ ਚੈਨ ਨਾਲ ਬੈਠਣ ਨਹੀਂ ਦੇਵੇਗੀ ਅਤੇ ਇਹਨਾਂ ਦੇ ਤਜਰਬਿਆਂ ਤੋਂ ਦੇਸ਼ ਲਾਭਵੰਦ ਹੁੰਦਾ ਰਹੇਗਾ ਡੰਡੀ। ਇਸ ਦੇ ਲਈ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕਦੇ ਵੀ ਅਜਿਹਾ ਨਾ ਮੰਨਣਾ ਕਿ ਤੁਸੀਂ ਸਦਨ 'ਚ ਨਹੀਂ ਹੋ ਡੰਡੀ। ਮੇਰੇ ਦਰਵਾਜ਼ੇ ਹਮੇਸ਼ਾ ਤੁਹਾਡੇ ਲਈ ਖੁੱਲ੍ਹੇ ਹਨ ਡੰਡੀ। ਮੈਂ ਕਦੇ ਵੀ ਤੁਹਾਨੂੰ ਕਮਜ਼ੋਰ ਨਹੀਂ ਪੈਣ ਦੇਵਾਂਗਾ ਡੰਡੀ। ਸਟਾਰਟ। ਖੁਦ ਗੁਲਾਮ ਨਬੀ ਆਜ਼ਾਦ ਵੀ ਬੀਤੀਆਂ ਗੱਲਾਂ ਨੂੰ ਯਾਦ ਕਰਕੇ ਆਪਣੇ ਅੱਥਰੂ ਨਾ ਰੋਕ ਸਕੇ ਅਤੇ ਬੋਲੇ, ਭਾਜਪਾ ਹਮੇਸ਼ਾ ਹੀ ਰਾਸ਼ਟਰਵਾਦੀ ਸਿਆਸਤ ਦਾ ਹਿੱਸਾ ਰਹੀ ਹੈ। ਮੈਂ ਉਹਨਾਂ ਖੁਸ਼ਕਿਸਮਤ ਲੋਕਾਂ 'ਚੋਂ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਏ, ਪਰ ਜਦੋਂ ਮੈਂ ਪਾਕਿਸਤਾਨ ਦੀ ਹਾਲਤ
ਦੇ ਬਾਰੇ 'ਚ ਪੜ੍ਹਦਾ ਹਾਂ ਤਾਂ ਮੈਨੂੰ ਮਾਣ ਹੁੰਦਾ ਹੈ ਅਤੇ ਮੈਂ ਆਪਣੇ ਹਿੰਦੁਸਤਾਨੀ ਮੁਸਲਮਾਨ ਹੋਣ 'ਤੇ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ। ਡੰਡੀ ਪਿਛਲੇ 30-35 ਸਾਲਾਂ 'ਚ ਅਫਗਾਨਿਸਤਾਨ ਤੋਂ ਲੈ ਕੇ ਇਰਾਕ ਤੱਕ ਇਸਲਾਮਿਕ ਦੇਸ਼ ਆਪਸ 'ਚ ਲੜ ਕੇ ਖੁਦ ਨੂੰ ਖਤਮ ਕਰਦੇ ਜਾ ਰਹੇ ਹਨ, ਪਰ ਭਾਰਤ 'ਚ ਕੋਈ ਝਗੜਾ ਨਹੀਂ ਹੈ, ਕੋਈ ਹਿੰਦੂਤਵ ਨਹੀਂ ਹੈ। ਡੰਡੀ ਇੱਕ ਸ਼ੇਰ ਦੇ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ, ਬਦਲੇਗਾ ਨਾ ਮੇਰੇ ਬਾਅਦ ਵੀ ਮੌਜੂ ਕੇ ਗੁਫ਼ਤਗੂ, मैं जा चुका होऊंगा फिर भी तेरी महफिल में रहूँगा। डंडी आज़ाद दे इस भाषण दे बाद भाजपा दे नाल उन्हां दे भावी रिश्तियां ते चर्चा शुरू हो गई। डंडी सदन च दहाकियां दे दरम्यान भाजपा दी सहयोगी पार्टी RPI दे नेता अते केंद्री राज मंत्री रामदास अठवाले ने कहा, तुहानू इस सदन च दोबारा आउणा चाहिदा है। डंडी जेकर तुहानू कांग्रेस इत्थे नहीं लिआउंदी तां असीं लिआउण लई तैयार हाँ। डंडी इस च कोई दिक्कत नहीं है। डंडी इसे दिन राज सभा दे चेयरमैन अते उप राष्ट्रपति वंकैया नायडू ने केंद्र अते सूबा सरकारां नूं सुझाव दिता, जेकर केंद्र ਅਤੇ ਸੂਬਾ ਸਰਕਾਰਾਂ ਕੋਈ ਕਾਨੂੰਨ ਬਣਾਉਣ ਲਈ ਆਰਡੀਨੈਂਸ ਲਿਆਉਣ ਦੇ ਤਰੀਕੇ ਤੋਂ ਪਰਹੇਜ਼ ਕਰਨ ਤਾਂ ਇਹ ਬਹੁਤ ਚੰਗਾ ਹੋਵੇਗਾ। ਡੰਡੀ ਕਾਨੂੰਨ ਬਣਾਉਣ ਲਈ ਸਿਆਸੀ ਆਮ ਸਹਿਮਤੀ ਜ਼ਰੂਰੀ ਹੈ। ਡੰਡੀ ਸਿਆਸੀ ਪਾਰਟੀਆਂ ਦੀ ਇਸ ਸੋਚ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿ ਅੱਜ ਮੈਂ ਸੱਤਾ 'ਚ ਹਾਂ ਤਾਂ ਆਰਡੀਨੈਂਸ ਲਿਆ ਸਕਦਾ ਹਾਂ। ਡੰਡੀ ਸਰਕਾਰ ਨੂੰ ਕਾਨੂੰਨ ਬਣਾਉਣ 'ਚ ਜਿੱਥੋਂ ਤੱਕ ਸੰਭਵ ਹੋਵੇ ਵਿਧਾਨਿਕ ਪ੍ਰਕਿਰਿਆ ਨੂੰ ਹੀ ਅਪਣਾਉਣਾ ਚਾਹੀਦਾ ਹੈ। ਡੰਡੀ 9 ਫਰਵਰੀ ਨੂੰ ਹੀ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦੇ ਮਤੇ 'ਤੇ ਬੋਲਦੇ ਹੋਏ ਨੈਸ਼ਨਲ ਕਾਨਫਰੰਸ ਦੇ ਨੇਤਾ ਡਾਕਟਰ ਫਾਰੂਕ ਅਬਦੁੱਲਾ ਬੋਲੇ, ਭਗਵਾਨ ਰਾਮ ਤਾਂ ਪੂਰੇ ਵਿਸ਼ਵ ਦੇ ਹਨ ਅਤੇ ਜੇਕਰ ਉਹ ਵਿਸ਼ਵ ਦੇ ਹਨ ਤਾਂ ਸਾਡੇ ਸਾਰਿਆਂ ਦੇ ਹਨ। ਡੰਡੀ ਰਾਮ ਜਾਂ ਅੱਲਾ ਇੱਕ ਹੀ ਈਸ਼ਵਰ ਦੇ ਨਾਂ ਹਨ ਜਿਨ੍ਹਾਂ ਦੇ ਸਾਹਮਣੇ ਅਸੀਂ ਝੁਕਦੇ ਹਾਂ। ਡੰਡੀ ਇੱਕ ਹੀ ਭਗਵਾਨ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ, ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਮਾਨ। ਡੰਡੀ ਕੁਰਾਨ ਸਿਰਫ ਸਾਡਾ ਨਹੀਂ ਸਾਰਿਆਂ ਦਾ ਹੈ, ਬਾਈਬਲ ਸਾਰਿਆਂ ਦਾ ਹੈ। ਡੰਡੀ ਮੈਂ ਮਸਜਿਦ ਜਾਂਦਾ ਹਾਂ, ਤੁਸੀਂ ਮੰਦਰ 'ਚ ਜਾਂਦੇ ਹੋ। ਡੰਡੀ ਕੁਝ ਲੋਕ ਚਰਚ ਅਤੇ ਕੁਝ ਗੁਰਦੁਆਰੇ 'ਚ ਜਾਂਦੇ ਹਨ। ਡੰਡੀ ਕੋਈ ਡਾਕਟਰ ਕਦੇ ਨਹੀਂ ਪੁੱਛਦਾ ਕਿ ਇਹ ਖੂਨ ਹਿੰਦੂ ਦਾ ਹੈ ਜਾਂ ਮੁਸਲਮਾਨ ਦਾ। ਡੰਡੀ ਅੱਲਾ ਅਤੇ ਭਗਵਾਨ 'ਚ ਫਰਕ ਕੀਤਾ ਤਾਂ ਦੇਸ਼ ਟੁੱਟ ਜਾਵੇਗਾ। ਡੰਡੀ ਨਵੇਂ ਖੇਤੀਬਾੜੀ ਕਾਨੂੰਨਾਂ 'ਤੇ ਉਹਨਾਂ ਨੇ ਕਿਹਾ, ਸਾਨੂੰ ਇਸ ਨੂੰ ਵਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਡੰਡੀ ਅਸੀਂ ਸਾਰੇ ਇਸ ਦੇਸ਼ ਦੇ ਹਾਂ। ਡੰਡੀ ਸਾਨੂੰ ਹਰ ਦੇਸ਼ ਵਾਸੀ ਦਾ ਸਨਮਾਨ ਕਰਨਾ ਚਾਹੀਦਾ ਹੈ। ਡੰਡੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਹੱਲ ਦੇ ਨਾਲ ਅੱਗੇ ਆਓ। ਡੰਡੀ ਖੇਤੀਬਾੜੀ ਕਾਨੂੰਨ ਕੋਈ ਖੁਦਾਈ ਕਿਤਾਬ ਈਸ਼ਵਰੀ ਰਚਨਾ ਨਹੀਂ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਡੰਡੀ ਕਾਨੂੰਨ ਅਸੀਂ ਬਣਾਇਆ ਹੈ। ਡੰਡੀ ਜੇਕਰ
ਕਿਸਾਨ ਇਸ ਨੂੰ ਖਤਮ ਕਰਾਉਣਾ ਚਾਹੁੰਦੇ ਹਨ ਤਾਂ ਤੁਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਕਰ ਸਕਦੇ। ਡੰਡੀ ਸੰਸਦ ਦੇ ਦੋਵਾਂ ਸਦਨਾਂ 'ਚ 9 ਫਰਵਰੀ ਨੂੰ ਕਹੀਆਂ ਗਈਆਂ ਇਹ ਗੱਲਾਂ ਸੱਚਮੁੱਚ ਹੀ ਹੈਰਾਨ ਕਰਨ ਵਾਲੀਆਂ ਹਨ। ਪਰ ਸਵਾਲ ਤਾਂ ਇਹ ਹੈ ਕਿ ਸੰਸਦ 'ਚ ਜਿਹੋ ਜਿਹੀ ਭਾਈਚਾਰਕ ਸਾਂਝ 9 ਫਰਵਰੀ ਨੂੰ ਦੇਖਣ ਨੂੰ ਮਿਲੀ ਕਿ ਉਹ ਅੱਗੇ ਵੀ ਜਾਰੀ ਰਹੇਗੀ ਜਾਂ ਇੱਕ ਅਪਵਾਦ ਅਤੇ ਸੁਵਾਣੀ ਯਾਦ ਬਣ ਕੇ ਹੀ ਰਹਿ ਜਾਵੇਗੀ। ਡੰਡੀ ਸਟਾਰਟ। ਅਜਿਹੇ ਸਮੇਂ 'ਚ ਜਦੋਂ ਭਾਰਤੀ ਜਨਤਾ ਪਾਰਟੀ ਦੇ ਕੁਝ ਸੂਬੇ ਜਿਵੇਂ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਹਰਿਆਣਾ ਅਖੌਤੀ ਲਵ ਜਿਹਾਦ ਦੇ ਵਿਰੁੱਧ ਕਾਨੂੰਨ ਲਿਆ ਰਹੇ ਹਨ ਤਾਂ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਬਾਲਗਾਂ ਨੂੰ ਆਪਣੇ ਜੀਵਨ ਸਾਥੀ ਚੁਣਨ ਦੇ ਅਧਿਕਾਰ ਨੂੰ ਦਰਸਾਉਣ ਲਈ ਕਦਮ ਵਧਾ ਰਹੀਆਂ ਹਨ। ਡੰਡੀ ਇਸ ਹਫ਼ਤੇ ਦੇ ਸ਼ੁਰੂ 'ਚ ਸੁਪਰੀਮ ਕੋਰਟ ਨੇ ਨਾ ਸਿਰਫ ਇਸ ਬਿੰਦੂ ਨੂੰ ਦਰਸਾਇਆ ਸਗੋਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਸਮਾਜ ਜੋੜਿਆਂ ਨੂੰ ਤੰਗ ਕੀਤੇ ਬਿਨਾਂ ਅੰਤਰਜਾਤੀ ਅਤੇ ਅੰਤਰ ਧਰਮ ਵਿਆਹ ਨੂੰ ਪ੍ਰਵਾਨ ਕਰਨਾ ਸਿੱਖੇ। ਡੰਡੀ ਸੁਪਰੀਮ ਕੋਰਟ ਦੇ ਬੈਂਚ ਜੋ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਰਿਸ਼ੀਕੇਸ਼ ਰਾਏ ਨਾਲ ਸੰਬੰਧਿਤ ਸੀ ਨੇ ਅੱਗੇ ਵਧਦੇ ਹੋਏ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਸਮਾਜਿਕ ਤੇ ਨਾਜ਼ੁਕ ਮਾਮਲਿਆਂ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਅਤੇ ਟ੍ਰੇਨਿੰਗ ਮੋਡਿਊਲ ਦੀ ਲੋੜ ਹੈ। ਇਸ ਲਈ ਜੋੜਿਆਂ ਨੂੰ ਕਾਨੂੰਨ ਅਧੀਨ ਸੁਰੱਖਿਆ ਪ੍ਰਾਪਤ ਹੋਵੇ। ਡੰਡੀ ਕਾਨੂੰਨ ਨੂੰ ਮਾਤਾ ਪਿਤਾ ਜਾਂ ਕਿਸੇ ਹੋਰ ਦੇ ਵਿਰੁੱਧ ਮਾਮਲੇ ਦਰਜ ਕਰਨੇ ਚਾਹੀਦੇ ਹਨ। ਡੰਡੀ ਇਸ ਗੱਲ 'ਤੇ ਵੀ ਧਿਆਨ ਦਿੱਤਾ ਗਿਆ ਕਿ ਪੜ੍ਹੇ ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਆਪਣੇ ਜੀਵਨ ਸਾਥੀ ਆਪਣੇ ਦਮ 'ਤੇ ਚੁਣ ਰਹੇ ਹਨ ਜਿਸ ਨੂੰ ਸਮਾਜ ਅਤੇ ਮਾਤਾ ਪਿਤਾ ਵੱਲੋਂ ਝੁਕਾਅ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਅਜਿਹੇ ਜੋੜਿਆਂ ਨੂੰ ਨੁਕਸਾਨ ਤੋਂ ਬਾਹਰ ਰੱਖਣ ਲਈ ਮਜਬੂਰ ਸੀ ਜੇਕਰ ਕਾਨੂੰਨ ਦੀ ਉਲੰਘਣਾ ਨਹੀਂ ਹੁੰਦੀ। ਡੰਡੀ ਕਰਨਾਟਕ 'ਚ ਇੱਕ ਮਾਮਲੇ 'ਚ ਇੱਕ ਦਰਜ FIR ਨੂੰ ਰੱਦ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਬਾਲਗਾਂ ਨੂੰ ਇਹ ਕਹਿੰਦੇ ਹੋਏ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ ਕਿ ਉਹ ਅਜਿਹਾ ਸਮਾਂ ਹੈ ਜਦੋਂ ਸਮਾਜ ਨੂੰ ਅੰਤਰਜਾਤੀ ਅਤੇ ਅੰਤਰ ਧਰਮ ਵਿਆਹਾਂ ਨੂੰ ਪ੍ਰਵਾਨ ਕਰਨਾ ਸਿੱਖਣਾ ਚਾਹੀਦਾ ਹੈ। ਡੰਡੀ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਪੁਲਿਸ ਅਧਿਕਾਰੀਆਂ ਨੂੰ ਗੱਲਬਾਤ ਅਤੇ ਟ੍ਰੇਨਿੰਗ ਹੋਣ 'ਤੇ ਵੀ ਅਦਾਲਤ ਨੇ ਜ਼ੋਰ ਦਿੱਤਾ। ਡੰਡੀ ਭਰਾ ਇੱਕ ਹੋਰ ਮਹੱਤਵਪੂਰਨ ਫੈਸਲੇ 'ਚ ਇਲਾਹਾਬਾਦ ਹਾਈ ਕੋਰਟ ਨੇ ਹਾਲ ਹੀ 'ਚ ਵਿਸ਼ੇਸ਼ ਵਿਆਹ ਐਕਟ 1954 ਦੀਆਂ ਵਿਵਸਥਾਵਾਂ ਨੂੰ ਤੋੜ ਦਿੱਤਾ ਜਿਸ ਦੇ ਤਹਿਤ ਜੋੜਿਆਂ ਨੂੰ ਵਿਆਹ ਕਰਨ ਤੋਂ 30 ਦਿਨ ਪਹਿਲਾਂ ਪਬਲਿਕ ਨੋਟਿਸ ਨੂੰ ਪ੍ਰਕਾਸ਼ਿਤ ਕਰਨਾ ਜ਼ਰੂਰੀ ਸੀ ਜੋ ਅਕਸਰ ਉਹਨਾਂ ਨੂੰ ਚੌਕਸ ਸਮੂਹ ਅਤੇ ਪਰਿਵਾਰਕ ਮੈਂਬਰਾਂ ਤੋਂ ਧਮਕੀ ਅਤੇ ਇੱਥੋਂ ਤੱਕ ਹਿੰਸਾ ਨੂੰ ਉਜਾਗਰ ਕਰਦਾ ਹੈ। ਡੰਡੀ ਉੱਤਰ ਪ੍ਰਦੇਸ਼ ਪ੍ਰੋਹਿਬਿਸ਼ਨ ਆਫ ਅਨਲੂਫਰ ਕਨਵਰਸ਼ਨ ਆਫ ਰਿਲੀਜਨ ਆਰਡੀਨੈਂਸ 2000
ਵੀ ਜੋ ਵਿਆਹ ਦੇ ਲਈ ਧਰਮ ਬਦਲਣ ਨੂੰ ਇੱਕ ਜੁਰਮ ਮੰਨਦਾ ਹੈ ਦੇ ਕੋਲ ਇਸ ਵਿਵਸਥਾ ਦਾ ਜ਼ਿਆਦਾ ਸਖਤ ਐਡੀਸ਼ਨ ਹੈ ਜੋ ਜ਼ਿਲ੍ਹਾ ਮੈਜਿਸਟ੍ਰੇਟ ਨੂੰ 60 ਦਿਨ ਦਾ ਨੋਟਿਸ ਦੇਣ ਅਤੇ ਅਸਲੀਅਤ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਦੀ ਮੰਗ ਕਰਦਾ ਹੈ। ਡੰਡੀ ਇਸ ਕਾਨੂੰਨ ਦਾ ਮਕਸਦ ਸਪਸ਼ਟ ਤੌਰ 'ਤੇ ਅੰਤਰ ਧਰਮ ਵਿਆਹਾਂ ਨੂੰ ਨਿਰਉਤਸ਼ਾਹਿਤ ਕਰਨਾ ਹੈ। ਡੰਡੀ ਮੱਧ ਪ੍ਰਦੇਸ਼ ਸਰਕਾਰ ਨੇ ਇੱਕ ਕਦਮ ਹੋਰ ਅੱਗੇ ਜਾਂਦੇ ਹੋਏ ਅੰਤਰ ਧਰਮ ਵਿਆਹਾਂ ਨੂੰ ਸੂਬੇ 'ਚ ਕਰਨ ਵਾਲੇ ਲੋਕਾਂ ਲਈ 10 ਸਾਲ ਦੀ ਕੈਦ ਦੀ ਵਿਵਸਥਾ ਕੀਤੀ ਹੈ ਜੋ ਔਰਤਾਂ ਨਾਬਾਲਗਾਂ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਦਾ ਧਾਰਮਿਕ ਪਰਿਵਰਤਨ ਕਰਨਗੇ। ਡੰਡੀ ਇਸ 'ਚ ਇੱਕ ਵਿਸ਼ੇਸ਼ ਸੈਕਸ਼ਨ ਵੀ ਜੋੜਿਆ ਗਿਆ ਹੈ ਕਿ ਉਹਨਾਂ ਲੋਕਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਜੋ ਲੋਕ ਆਪਣੇ ਮੂਲ ਧਰਮ 'ਚ ਪਰਤ ਆਉਂਦੇ ਹਨ। ਡੰਡੀ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਹਿੰਦੂ ਲੜਕੀਆਂ ਦੇ ਨਾਲ ਵਿਆਹ ਅਤੇ ਉਹਨਾਂ ਨੂੰ ਆਪਣੇ ਧਰਮ 'ਚ ਤਬਦੀਲ ਕਰਨ ਲਈ ਮੁਸਲਿਮ ਵਰਗ ਦੇ ਦਰਮਿਆਨ ਇੱਕ ਸਾਜ਼ਿਸ਼ ਹੈ। ਡੰਡੀ ਉਹਨਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਸਾਲਾਂ 'ਚ ਮੁਸਲਿਮ ਆਬਾਦੀ ਦੇਸ਼ 'ਚ ਹਿੰਦੂਆਂ ਦੀ ਆਬਾਦੀ ਨੂੰ ਪਾਰ ਕਰ ਜਾਵੇਗੀ ਅਤੇ ਦੇਸ਼ ਇੱਕ ਮੁਸਲਿਮ ਰਾਸ਼ਟਰ ਬਣ ਜਾਵੇਗਾ। ਡੰਡੀ ਇਸ ਤਰ੍ਹਾਂ ਦੇ ਖਦਸ਼ਿਆਂ ਨੂੰ ਖਾਰਜ ਕੀਤਾ ਜਾ ਸਕਦਾ ਹੈ। ਡੰਡੀ ਇਸ ਤਰ੍ਹਾਂ ਦੀ ਧਾਰਨਾ ਖੱਬੇ ਪੱਖੀ ਤਾਮਝਾਮ ਦੇ ਦਰਮਿਆਨ ਅਸੁਰੱਖਿਆ ਦੀ ਭਾਵਨਾ ਨਾਲ ਭਰੀ ਹੋਈ ਹੈ। ਡੰਡੀ ਬੇਸ਼ੱਕ ਹੀ ਮੁਸਲਮਾਨਾਂ ਦੀ ਆਬਾਦੀ ਭਾਰਤੀ ਆਬਾਦੀ ਦੇ 15% ਤੋਂ ਘੱਟ ਹੋਵੇ। ਡੰਡੀ ਹਾਲਾਂਕਿ ਅਦਾਲਤਾਂ ਨੂੰ ਅਜੇ ਵਿਵਾਦਤ ਲਵ ਜਿਹਾਦ ਵਿਰੋਧੀ ਕਾਨੂੰਨਾਂ ਨੂੰ ਖਤਮ ਕਰਨਾ ਹੈ। ਡੰਡੀ ਦੱਤਾ ਭੜਸਲਗੀਕਰ ਦੀ ਮੈਂ ਇਸ ਲਈ ਸ਼ਲਾਘਾ ਕੀਤੀ ਕਿਉਂਕਿ ਪੁਲਿਸ ਕਨਸਟੇਬਲਾਂ ਦੇ ਲਈ ਉਹਨਾਂ ਨੂੰ ਚਿੰਤਾ ਸੀ। ਡੰਡੀ ਜੋ ਪੁਲਿਸ ਪ੍ਰਸ਼ਾਸਨ 'ਚ ਸਭ ਤੋਂ ਹੇਠਲਾ ਕਰਮ ਹੈ। ਡੰਡੀ ਮੁਖੀ ਦੇ ਨਿਪਟਾਰੇ 'ਚ ਕਾਂਸਟੇਬਲ 90% ਤੋਂ ਵੱਧ ਮਨੁੱਖੀ ਸ਼ਕਤੀ ਦਾ ਨਿਰਮਾਣ ਕਰਦੇ ਹਾਂ। ਡੰਡੀ ਜੇਕਰ ਪੁਲਿਸ ਬਲ ਨੇ ਆਪਣੀ ਸੇਵਾ ਨੂੰ ਨਿਭਾਉਣਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਸੁਪਰਵਾਈਜ਼ਰੀ ਪੱਧਰ ਨੂੰ ਉਹਨਾਂ ਦੀ ਭਲਾਈ ਅਤੇ ਉਹਨਾਂ ਦੇ ਮਨ ਦੀ ਸਥਿਤੀ ਦੀ ਚਿੰਤਾ ਕਰਨੀ ਚਾਹੀਦੀ ਹੈ। ਡੰਡੀ ਦੱਤਾ ਨੂੰ ਉਹਨਾਂ ਦੇ ਲਈ ਕੰਮ ਕਰਨ ਵਾਲੇ ਲੋਕਾਂ ਦੇ ਘਰਾਂ 'ਚ ਜਾਣ ਦੇ ਲਈ ਕੋਈ ਹਿਚਕਚਾਹਟ ਨਹੀਂ ਸੀ ਫਿਰ ਭਾਵੇਂ ਇਹ ਇੱਕ ਚੌਕ 'ਤੇ ਹੋਵੇ ਜਾਂ ਫਿਰ ਇੱਕ ਦਫ਼ਤਰ 'ਚ। ਡੰਡੀ ਇੱਥੋਂ ਤੱਕ ਕਿ ਕਿਸੇ ਬੱਚੇ ਦੇ ਜਨਮ ਦਿਨ ਦੇ ਮੌਕੇ 'ਤੇ ਵੀ ਦੱਤਾ ਮੁਹੱਈਆ ਹੋ ਜਾਂਦੇ। ਡੰਡੀ ਪੁਲਿਸ ਲਾਈਨ 'ਚ ਉਹ ਬਰਥਡੇ ਕੇਕ ਕੱਟਣ ਲਈ ਹਾਜ਼ਰ ਹੋ ਜਾਂਦੇ। ਡੰਡੀ ਮੇਰੇ ਜਾਣਨ ਵਾਲੇ ਪੁਲਿਸ ਅਧਿਕਾਰੀਆਂ 'ਚੋਂ ਅਜਿਹਾ ਇੱਕ ਵੀ ਨਹੀਂ ਹੈ ਜੋ ਇਸ ਤਰ੍ਹਾਂ ਦਾ ਰਵੱਈਆ ਰੱਖਦਾ ਹੋਵੇ। ਡੰਡੀ ਦੱਤਾ ਭੜਸਲਗੀਕਰ ਨੂੰ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੁਣਿਆ ਹੈ ਜੋ ਉਹਨਾਂ ਦੇ 3 ਲੈਫਟੀਨੈਂਟਾਂ 'ਚੋਂ ਇੱਕ ਹਨ। ਡੰਡੀ ਦੱਤਾ ਨੂੰ ਅਜੇ ਵੀ ਯਾਦ ਕੀਤਾ ਜਾਂਦਾ ਹੈ। ਡੰਡੀ ਪੁਲਿਸ ਕਲਿਆਣ 'ਚ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਸ਼ਹਿਰ ਦੇ 19 ਪੁਲਿਸ ਥਾਣਿਆਂ 'ਚ 8
ਘੰਟੇ ਦੀ ਸ਼ਿਫਟ ਦੀ ਧਾਰਨਾ ਨੂੰ ਪੇਸ਼ ਕਰਨਾ ਸੀ ਡੰਡੀ। ਪੁਲਿਸ 'ਚ ਕਿਸੇ ਨੇ ਵੀ ਨਹੀਂ ਸੋਚਿਆ ਕਿ ਅਜਿਹੀ ਪ੍ਰਾਪਤੀ ਸੰਭਵ ਹੋ ਸਕੇਗੀ ਡੰਡੀ। ਜੇਕਰ ਇੱਕ ਪੁਲਿਸ ਥਾਣੇ ਦੇ ਕਾਂਸਟੇਬਲ ਜਿਸ ਦੀ ਡਿਊਟੀ ਉਸ ਦੇ ਵਿਸ਼ੇਸ਼ ਪੁਲਿਸ ਥਾਣੇ 'ਚ ਮੁਲਾਜ਼ਮਾਂ ਨੂੰ ਡਿਊਟੀਆਂ ਵੰਡਣ ਦੀ ਸੀ ਤੋਂ ਸੁਣਨ ਦੇ ਬਾਅਦ ਦੱਤਾ ਨੇ ਉਸੇ ਪੁਲਿਸ ਸਟੇਸ਼ਨ 'ਚ ਇਹ ਕਦਮ ਚੁੱਕਿਆ ਡੰਡੀ। ਇਸੇ ਤਜਰਬੇ ਦੇ ਬਾਅਦ ਇਹ ਪ੍ਰਕਿਰਿਆ ਸ਼ਹਿਰ ਦੇ ਹੋਰ ਪੁਲਿਸ ਥਾਣਿਆਂ 'ਚ ਵੀ ਚਲਾਈ ਗਈ ਡੰਡੀ। ਜਿਹੜੇ ਅਧਿਕਾਰੀਆਂ ਨੂੰ ਮੈਂ ਮਿਲਿਆ ਉਹਨਾਂ ਦੀ ਪ੍ਰਤੀਕਿਰਿਆ ਇੱਕਦਮ ਉਤਸ਼ਾਹੀ ਸੀ ਡੰਡੀ। ਨਾ ਤਾਂ ਮੌਜੂਦਾ ਅਤੇ ਨਾ ਹੀ ਪਹਿਲਾਂ ਅਜਿਹਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਡੰਡੀ। ਇਸ ਲਈ ਜਦੋਂ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਪੁਲਿਸ ਦੀ ਭਲਾਈ ਨੂੰ ਲੈ ਕੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੈਨੂੰ ਇੱਕ ਡਿਨਰ 'ਤੇ ਸੱਦਿਆ ਜਿਸ 'ਚ ਦਰਜਨਾਂ ਭਰ ਸੇਵਾ ਮੁਕਤ IPS ਅਧਿਕਾਰੀ ਸ਼ਾਮਲ ਹੋਏ ਸਨ। ਉਹਨਾਂ 'ਚੋਂ ਮੈਂ ਪੁਲਿਸ ਭਲਾਈ ਲਈ 8 ਘੰਟੇ ਦੀ ਡਿਊਟੀ ਨੂੰ ਸੂਚੀਬੱਧ ਕੀਤਾ ਜਿਸ ਦੀ ਹੇਠਲੇ ਰੈਂਕਾਂ ਵਾਲੇ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ ਡੰਡੀ। ਮੇਰੀਆਂ ਸਰੀਰਕ ਕਮਜ਼ੋਰੀਆਂ ਦੇ ਮੱਦੇਨਜ਼ਰ ਮੈਨੂੰ ਮੰਤਰੀ ਦੇ ਡਿਨਰ ਦੇ ਸੱਦੇ ਨੂੰ ਨਾ ਮਨਜ਼ੂਰ ਕਰਨ ਦੇ ਲਈ ਮਜਬੂਰ ਹੋਣਾ ਪਿਆ, ਪਰ ਮੈਂ ਉਹਨਾਂ ਨੂੰ ਮਹੱਤਵਪੂਰਨ ਉਪਾਵਾਂ ਦੇ ਬਾਰੇ 'ਚ ਲਿਖਿਆ ਡੰਡੀ। ਮੈਂ ਸੋਚਿਆ ਪੁਲਿਸ ਮੁਲਾਜ਼ਮਾਂ ਦੀ ਜ਼ਿੰਦਗੀ ਦੀ ਗੁਣਵੱਤਾ ਹੋਰ ਵਧੀਆ ਕਰਨ ਲਈ ਮੰਤਰੀ ਨੂੰ ਆਪਣੇ ਪੱਧਰ 'ਤੇ ਸਹੂਲਤਾਂ ਮੁਹੱਈਆ ਕਰਨੀਆਂ ਚਾਹੀਦੀਆਂ ਹਨ ਡੰਡੀ। ਮਹਾਰਾਸ਼ਟਰ 'ਚ ਇੱਕ ਪੁਲਿਸ ਮੁਲਾਜ਼ਮ ਔਸਤਨ 14 ਘੰਟੇ ਦੀ ਸਰੀਰਕ ਡਿਊਟੀ ਕਰਦਾ ਹੈ ਡੰਡੀ। ਆਮ ਸ਼ਿਫਟ 12 ਘੰਟਿਆਂ ਦੀ ਹੁੰਦੀ ਹੈ ਡੰਡੀ। ਜੇਕਰ ਕੋਈ ਐਮਰਜੈਂਸੀ ਪੈ ਜਾਵੇ ਤਾਂ ਡਿਊਟੀ 14 ਘੰਟੇ ਤੋਂ ਵੀ ਵੱਧ ਜਾਂਦੀ ਹੈ ਡੰਡੀ। ਅਜਿਹੀ ਲੰਬੀ ਡਿਊਟੀ ਆਮ ਤੌਰ 'ਤੇ ਮੁੰਬਈ ਵਰਗੇ ਵਪਾਰਕ ਸ਼ਹਿਰ 'ਚ ਹੋ ਹੀ ਜਾਂਦੀ ਹੈ ਡੰਡੀ। ਜੇਕਰ ਪੁਲਿਸ ਮੁਲਾਜ਼ਮ ਦੇ ਕੁੱਲ ਸਮੇਂ 'ਚ ਉਹਨਾਂ ਦੇ ਘਰ ਤੋਂ ਆਉਣ ਜਾਣ 'ਚ ਲੱਗਣ ਵਾਲੇ ਸਮੇਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਸ਼ਾਇਦ ਹੀ ਮਰਦ ਅਤੇ ਔਰਤ ਮੁਲਾਜ਼ਮ ਨੂੰ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੋਵੇ ਡੰਡੀ। ਇਹ ਗੱਲਾਂ ਮਰਦ ਅਤੇ ਔਰਤ ਪੁਲਿਸ ਮੁਲਾਜ਼ਮਾਂ ਦੀ ਮਾਨਸਿਕ ਸ਼ਾਂਤੀ ਨੂੰ ਭੰਗ ਕਰਦੀਆਂ ਹਨ ਅਤੇ ਉਹਨਾਂ ਦੀ ਭਾਵਨਾ ਦਾ ਸੰਤੁਲਨ ਵੀ ਵਿਗਾੜਦੀਆਂ ਹਨ ਡੰਡੀ। ਇਸ ਸੰਤੁਲਨ ਦੇ ਨਾਲ ਉਹਨਾਂ ਦੇ ਲਈ ਆਪਣਾ ਬਿਹਤਰ ਦੇਣਾ ਮੁਸ਼ਕਲ ਹੋ ਜਾਂਦਾ ਹੈ ਡੰਡੀ। ਇਸ ਨਾਲ ਸ਼ਰਾਬ ਦੀ ਵਰਤੋਂ ਵੱਲ ਝੁਕਾਅ ਹੋ ਜਾਂਦਾ ਹੈ ਅਤੇ ਯਕੀਨੀ ਤੌਰ 'ਤੇ ਉਤਪਾਦਕਤਾ ਵੀ ਪ੍ਰਭਾਵਿਤ ਹੁੰਦੀ ਹੈ ਡੰਡੀ। ਗ੍ਰਹਿ ਮੰਤਰੀ ਦੇਸ਼ਮੁਖ ਨੇ ਮੈਨੂੰ ਲਿਖੇ ਪੱਤਰ 'ਚ ਕੋਵਿਡ ਅਤੇ ਲਾਕਡਾਊਨ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਕੁਰਬਾਨੀਆਂ ਦੇ ਬਾਰੇ ਵੀ ਵਰਣਨ ਕੀਤਾ ਡੰਡੀ। ਇਨਫੈਕਸ਼ਨ ਦੇ ਦੌਰਾਨ ਖਾਕੀ ਵਰਦੀਧਾਰੀ ਲੋਕਾਂ ਨੇ ਸਰਕਾਰ ਦੇ ਨਿਯਮਾਂ ਨੂੰ ਲਾਗੂ ਕਰਨ 'ਚ ਮਹੱਤਵਪੂਰਨ ਯੋਗਦਾਨ ਨਿਭਾਇਆ ਡੰਡੀ। ਇਸ ਦੌਰਾਨ ਡਿਊਟੀ ਨਿਭਾਉਂਦੇ ਹੋਏ ਉਹਨਾਂ ਨੂੰ ਇਨਫੈਕਟਡ ਲੋਕਾਂ ਦੇ ਨਾਲ ਵੀ ਨਜਿੱਠਣਾ ਪਿਆ ਡੰਡੀ। ਸੂਬੇ 'ਚ ਪਿਛਲੇ 9 ਮਹੀਨਿਆਂ ਦੌਰਾਨ ਮਹਾਂਮਾਰੀ ਨਾਲ 200 ਤੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਡੰਡੀ। ਇਹਨਾਂ 'ਚੋਂ ਅੱਧੇ ਲੋਕ ਤਾਂ ਮੁੰਬਈ ਸ਼ਹਿਰ 'ਚ ਹੀ ਮਰੇ ਹਨ ਡੰਡੀ। ਸਰਕਾਰ ਪੁਲਿਸ ਵਿਭਾਗ ਦੀ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਫੌਜੀਆਂ ਵਾਂਗ ਕੰਮ ਕੀਤਾ ਡੰਡੀ। ਮੈਂ ਪੁਲਿਸ ਅਤੇ ਪੁਲਿਸ ਦੇ
ਵਿਚਾਰ ਲਈ ਮੰਤਰੀ ਅਤੇ ਉਹਨਾਂ ਦੀ ਸਰਕਾਰ ਦੀ ਸ਼ਲਾਘਾ ਕੀਤੀ। ਡੰਡੀ 8 ਘੰਟਿਆਂ ਦੀ ਸ਼ਿਫਟ ਦੇ ਇਲਾਵਾ ਮੈਂ ਪੁਲਿਸ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਸਾਲਾਨਾ ਸਿਹਤ ਦੀ ਜਾਂਚ ਦਾ ਸੁਝਾਅ ਵੀ ਦਿੱਤਾ। ਡੰਡੀ ਇੱਕ ਹੋਰ ਤਤਕਾਲੀ ਭਲਾਈ ਉਪਾਅ ਜੋ ਮੈਂ ਸੁਝਾਇਆ ਉਹ ਇਹ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਕੁਆਟਰਾਂ ਦੀ ਮੁਰੰਮਤ ਅਤੇ ਉਹਨਾਂ ਦਾ ਰੱਖ ਰਖਾਅ ਕੀਤਾ ਜਾਵੇ। ਡੰਡੀ ਅਜਿਹੇ ਕੁਆਟਰ 1 ਦਰਜਨ ਪੁਲਿਸ ਲਾਈਨ 'ਚ ਹਨ। ਡੰਡੀ ਇਹਨਾਂ 'ਚੋਂ ਕੁਝ ਕੁਆਟਰ ਤਾਂ ਅੰਗਰੇਜ਼ਾਂ ਦੇ ਸਮੇਂ ਦੇ ਹਨ। ਡੰਡੀ ਕੁਝ ਕੁ ਦੀ ਖਸਤਾ ਹਾਲਤ ਹੈ ਜਿਸ ਨਾਲ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ ਜੋ ਉਹਨਾਂ ਫਲੈਟਾਂ 'ਚ ਰਹਿਣ ਵਾਲੇ ਲੋਕਾਂ ਦੀ ਮਾਨਸਿਕ ਸ਼ਾਂਤੀ ਨੂੰ ਭੰਗ ਕਰਦੇ ਹਨ। ਡੰਡੀ 1953 ਦੀ ਤੁਲਨਾ 'ਚ ਅੱਜ ਦੇ ਕਾਂਸਟੇਬਲ ਜ਼ਿਆਦਾ ਪੜ੍ਹੇ ਲਿਖੇ ਅਤੇ ਗਿਆਨ ਰੱਖਣ ਵਾਲੇ ਹਨ। ਡੰਡੀ ਜਦੋਂ ਮੈਂ IPS ਜੁਆਇਨ ਕੀਤਾ ਸੀ ਉਦੋਂ ਅਜਿਹੀ ਹਾਲਤ ਨਹੀਂ ਸੀ। ਡੰਡੀ ਘੱਟੋ ਘੱਟ ਵਿਦਿਅਕ ਯੋਗਤਾ ਹਾਈ ਸਕੂਲ ਸਰਟੀਫਿਕੇਟ ਤੋਂ ਅੱਜ ਅੱਗੇ ਵੱਧ ਚੁੱਕੀ ਹੈ ਪਰ ਹਾਈ ਸਕੂਲ ਦੇ ਯੋਗ ਉਮੀਦਵਾਰ ਦੇ ਕੋਲ ਘੱਟ ਮੌਕੇ ਹਨ ਕਿਉਂਕਿ ਡਿਗਰੀ ਹੋਲਡਰ ਭਰਤੀ ਦੇ ਲਈ ਉਹਨਾਂ ਨੂੰ ਚੁਣੌਤੀ ਦੇ ਰਹੇ ਹਨ। ਡੰਡੀ ਮੰਤਰੀ ਦੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਉਹਨਾਂ ਨੇ ਦਰਸਾਇਆ ਕਿ ਉਹ ਯਕੀਨੀ ਤੌਰ 'ਤੇ ਚਿੰਤਾ ਕਰ ਰਹੇ ਹਨ। ਡੰਡੀ ਉਹ ਸੀਨੀਅਰ ਸੇਵਾ ਮੁਕਤ ਅਧਿਕਾਰੀਆਂ ਦੇ ਤਜਰਬੇ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ। ਡੰਡੀ ਮੈਂ ਹਮੇਸ਼ਾ ਮੰਨਿਆ ਹੈ ਕਿ ਇਹ ਸੰਯੋਗ ਨਹੀਂ ਹੋ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਅਮੀਰ ਭਾਈਚਾਰਾ ਜੈਨ ਅਤੇ ਸਭ ਤੋਂ ਵੱਡੇ ਕਾਰੋਬਾਰੀ ਪਰਿਵਾਰ ਅੰਬਾਨੀ, ਬਿਰਲਾ, ਜਿੰਦਲ, ਓਸਵਾਲ, ਮੁੰਜਾਲ, ਹਿੰਦੂਜਾ, ਅਡਾਨੀ ਸਾਰੇ ਸ਼ਾਕਾਹਾਰੀ ਹਨ। ਡੰਡੀ ਕਰਮ ਦਾ ਨਿਯਮ ਸਪਸ਼ਟ ਤੌਰ 'ਤੇ ਦਿਸਦਾ ਹੈ। ਤੁਸੀਂ ਜਿੰਨੀ ਘੱਟ ਪੀੜਾ ਪਹੁੰਚਾਉਂਦੇ ਹੋ ਓਨੀ ਹੀ ਸੰਪੰਨਤਾ ਤੁਹਾਨੂੰ ਆਕਰਸ਼ਿਤ ਕਰਦੀ ਹੈ। ਡੰਡੀ ਹਾਲਾਂਕਿ ਮੈਨੂੰ ਹਮੇਸ਼ਾ ਇਸ ਤੋਂ ਨਿਰਾਸ਼ਾ ਹੋਈ ਹੈ ਕਿ ਉਹਨਾਂ ਦੀ ਭਾਰੀ ਵਿੱਤੀ ਦਬਦਬੇ ਨੂੰ ਦੇਖਦੇ ਹੋਏ ਜੈਨੀਆਂ ਨੇ ਉਹਨਾਂ ਦੇ ਵਿਸ਼ਵਾਸ ਦੇ ਮੂਲ ਸਿਧਾਂਤ ਅਰਥਾਤ ਅਹਿੰਸਾ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਆਪਣੇ ਪੈਸੇ ਦੀ ਸ਼ਕਤੀ ਦਾ ਵਿਆਪਕ ਉਪਯੋਗ ਨਹੀਂ ਕੀਤਾ ਹੈ। ਡੰਡੀ ਅਮਰੀਕਾ 'ਚ ਯਹੂਦੀਆਂ ਜਿਨ੍ਹਾਂ ਦੇ ਧਨ ਨੇ ਉਹਨਾਂ ਦੇ ਉਦੇਸ਼ ਨੂੰ ਅੱਗੇ ਵਧਾਇਆ ਹੈ ਉਸ ਨੂੰ ਵੈਧਤਾ ਦਵਾਈ ਹੈ ਅਤੇ ਵਿਸ਼ਵ ਦਾ ਧਿਆਨ ਇਸ ਵੱਲ ਖਿੱਚਿਆ ਹੈ। ਦੇ ਉਲਟ ਜੈਨੀਆਂ ਨੇ ਵੱਡੇ ਪੈਮਾਨੇ 'ਤੇ ਵਪਾਰ ਨੂੰ ਆਸਥਾ ਤੋਂ ਵੱਖ ਕਰਨ 'ਚ ਵਿਸ਼ਵਾਸ ਕੀਤਾ ਹੈ। ਡੰਡੀ ਇਹ ਦੁਖਦ ਹੈ ਕਿਉਂਕਿ ਉਹ ਭਲਾਈ ਦੇ ਲਈ ਇੱਕ ਸ਼ਕਤੀਸ਼ਾਲੀ ਤਾਕਤ ਬਣ ਸਕਦੇ ਹਨ। ਡੰਡੀ ਲੋੜ ਕਿੰਨੀ ਵੀ ਵੱਧ ਹੋਣ ਵਾਲੇ ਯਦਾ ਕਦਾ ਦੇ ਉਤਰਾਪੂਰਨ ਦਾਨ ਦੀ ਨਹੀਂ ਸਗੋਂ ਸਾਰੇ ਕਾਰੋਬਾਰੀ ਵਿਵਹਾਰਾਂ ਅਤੇ ਫੈਸਲਿਆਂ 'ਚ ਅਹਿੰਸਾ ਦੇ ਸਿਧਾਂਤ ਦੇ ਇੱਕ ਨਿਰਪੱਖ ਅਤੇ ਸੰਗਠਿਤ ਸਮਾਵੇਸ਼ ਦੀ ਹੈ। ਡੰਡੀ ਇਹ ਨੈਤਿਕਤਾ 'ਚ ਨਿਵੇਸ਼ ਨਹੀਂ ਹੈ ਸਗੋਂ ਨਿਵੇਸ਼ 'ਚ ਨੈਤਿਕਤਾ ਹੈ ਜੋ ਸਾਡੇ ਗ੍ਰਹਿ ਨੂੰ ਸਾਰਿਆਂ ਲਈ ਇੱਕ ਦਿਆਲਤਾਪੂਰਨ ਸਵੱਛ ਤੰਦਰੁਸਤ ਦੁਨੀਆ 'ਚ ਬਦਲ ਦੇਵੇਗਾ। ਡੰਡੀ ਭਰਾ
ਆਜ਼ਾਦੀ ਦੇ ਠੀਕ ਬਾਅਦ ਜੈਨੀਆਂ ਨੇ ਸਟਾਕ ਮਾਰਕੀਟ ਨੂੰ ਕੰਟਰੋਲ ਕੀਤਾ ਅਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਮਾਸ ਅਤੇ ਮਾਸ ਨਾਲ ਸੰਬੰਧਿਤ ਉਤਪਾਦਾਂ ਅਤੇ ਕਿਸੇ ਵੀ ਹਿੰਸਾ ਕਰਨ ਵਾਲੀ ਕੰਪਨੀ 'ਚ ਨਿਵੇਸ਼ ਨਹੀਂ ਕਰਨਗੇ। ਪਰ ਇਹ ਸਿਰਫ ਕੁਝ ਸਾਲਾਂ ਤੱਕ ਚੱਲਿਆ ਅਤੇ ਜੈਨੀਆਂ ਨੇ ਖੁਦ ਜਿਲਟਨ ਅਤੇ ਹੱਡੀ ਕੰਪਨੀਆਂ ਅਤੇ ਪੋਰਸਲੀਨ ਬੋਨ ਚਾਈਨਾ ਵਰਗੇ ਪਸ਼ੂ ਉਤਪਾਦਾਂ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਦੇ ਮਾਲਕ ਬਣਨਾ ਸ਼ੁਰੂ ਕਰ ਦਿੱਤਾ। ਡੰਡੀ ਉਹਨਾਂ 'ਚੋਂ ਕਈ ਖਨਨ ਅਤੇ ਖਨਨ 'ਚ ਸ਼ਾਮਲ ਹੋਣ ਵਾਲੇ ਗਹਿਣਿਆਂ ਦੇ ਵਪਾਰ 'ਚ ਚਲੇ ਗਏ। ਡੰਡੀ ਕਈ ਸਾਲ ਪਹਿਲਾਂ ਹਮਿੰਦਰ ਕੁਠਾਰੀ, ਜੇਕਰ ਮੈਨੂੰ ਸਹੀ ਯਾਦ ਹੈ, ਇੱਕ ਨੈਤਿਕ ਨਿਵੇਸ਼ ਫੰਡ ਸ਼ੁਰੂ ਕਰਨ ਲਈ ਬਹੁਤ ਉਤਸੁਕ ਸਨ, ਪਰ ਉਹ ਸਲਾਹਕਾਰ ਦੇ ਰੂਪ 'ਚ ਕਿਸ ਨੂੰ ਨਿਯੁਕਤ ਕਰਨ ਦੇ ਪੱਧਰ ਤੋਂ ਅੱਗੇ ਕਦੇ ਨਹੀਂ ਵੱਧ ਸਕੇ। ਡੰਡੀ ਇਸ 'ਚ ਸ਼ਾਮਲ ਮੁੱਦੇ ਜਟਲ ਸਨ। ਨੈਤਿਕਤਾ 'ਚ ਕੀ ਸ਼ਾਮਲ ਹੁੰਦਾ ਹੈ? ਡੰਡੀ ਸਾਰੇ ਕਾਰੋਬਾਰ ਧਰਤੀ ਲਈ ਵਿਨਾਸ਼ਕਾਰੀ ਹਨ, ਭਾਵੇਂ ਨਿਰਮਾਣ ਹੋਵੇ ਜਾਂ ਰੇਲ ਲਾਈਨ ਵਿਛਾਉਣਾ, ਸੀਮੈਂਟ, ਰਸਾਇਣ ਜਾਂ ਕਾਗਜ਼। ਤਾਂ ਸਰਹੱਦ ਕਿੱਥੋਂ ਤੱਕ ਅਤੇ ਕਿਵੇਂ ਨਿਰਧਾਰਤ ਕਰਨੀ ਹੈ? ਡੰਡੀ ਮੈਨੂੰ ਇਸ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅਤੇ ਮੈਂ ਇਸ ਦੇ ਲਈ ਬਹੁਤ ਚਿੰਤਤ ਸੀ ਕਿ ਕੀ ਅਸੀਂ ਗੈਣ ਵਾਤਾਵਰਣੀ ਜਾਂਚ 'ਚ ਸ਼ਾਮਲ ਹੋਵਾਂਗੇ ਜਾਂ ਥੋੜ੍ਹਾ ਬਹੁਤ ਸੋਚ ਵਿਚਾਰ ਕਰਕੇ ਲੋਕਾਂ ਨੂੰ ਨਿਵੇਸ਼ ਕਰਨਾ ਸੌਖਾ ਬਣਾਉਣ ਲਈ ਕੁਝ ਬੁਨਿਆਦੀ ਨਿਯਮ ਬਣਾਵਾਂਗੇ। ਡੰਡੀ ਉਂਝ ਵੀ ਇਹ ਨਿਵੇਸ਼ ਫੰਡ ਕਦੇ ਨਹੀਂ ਬਣ ਸਕਿਆ, ਜੋ ਅਫਸੋਸ ਦੀ ਗੱਲ ਹੈ। ਡੰਡੀ ਪਰ ਆਖਰ ਇਹ ਸਾਕਾਰ ਹੋ ਗਿਆ ਹੈ, ਜਿਸ ਦੇ ਲਈ ਮੈਂ ਹੁਣ ਤੱਕ ਕਈ ਸਾਲਾਂ ਤੋਂ ਯਤਨ ਕਰ ਰਹੀ ਸੀ। ਡੰਡੀ ਵਿਸ਼ਵ ਦਾ ਪਹਿਲਾ ਕਰੂਰਤਾ ਮੁਕਤ ਅਤੇ ਜਲਵਾਯੂ ਸੁਚੇਤ ਐਕਸਚੇਂਜ ਟ੍ਰੇਡਡ ਫੰਡ ETF, ਜੋ ਮੈਨੂੰ ਆਸ ਹੈ ਕਿ ਭਾਰਤ ਦੇ ਲਈ ਇੱਕ ਮਾਡਲ ਦੇ ਰੂਪ 'ਚ ਕੰਮ ਕਰੇਗਾ। ਡੰਡੀ ਇਸ ਦੀ ਉਤਪਤੀ ਇਸ ਤਰ੍ਹਾਂ ਹੋਈ। ਡੰਡੀ 2017 'ਚ 3 ਬਹੁਤ ਹੀ ਸਮਾਰਟ, ਪੂਰੀ ਤਰ੍ਹਾਂ ਨਾਲ ਵੇਗਨ ਨਿਵੇਸ਼ ਪੇਸ਼ੇਵਰਾਂ ਨੇ US ਸਥਿਤ ਰਜਿਸਟਰਡ ਨਿਵੇਸ਼ ਸਲਾਹਕਾਰ ਬਿਆੰਡ ਇਨਵੈਸਟਿੰਗ ਦੀ ਸਥਾਪਨਾ ਕੀਤੀ ਸੀ। ਡੰਡੀ CEO ਕਲੀਅਰ ਸਮਿਥ ਕੋਲ UBS ਅਤੇ ਡੈਰੀਵੇਟਡ ਅਤੇ ਹੇਜ ਫੰਡ ਖੋਜ ਖੇਤਰਾਂ 'ਚ ਸਮੇਤ ਅਲਬੋਰਨੇ 'ਚ ਇੱਕ ਹਿੱਸੇਦਾਰੀ ਦੇ ਰੂਪ 'ਚ ਵਿੱਤ ਉਦਯੋਗ 'ਚ ਕੰਮ ਕਰਨ ਦਾ 35 ਸਾਲ ਦਾ ਤਜਰਬਾ ਹੈ। ਲੀ ਕੋਟਸ UK ਦੇ ਵਿੱਤੀ ਸਲਾਹਕਾਰ, ਐਥੀਕਲ ਇਨਵੈਸਟਰਜ਼ ਅਤੇ ਆਸਟ੍ਰੇਲੀਆ 'ਚ ਕਾਊਟਿਲਿਟੀ ਫ੍ਰੀ ਸੁਪਰ ਦੇ ਸੰਸਥਾਪਕ ਹਨ ਅਤੇ ਲੈਰੀ ਅਥੇਲ ਓਰੀਅਲ ਇਨਵੈਸਟਰਜ਼ ਦੇ ਸੰਸਥਾਪਕ ਹਨ, ਜੋ ਲੰਡਨ 'ਚ ਇੱਕ FCA ਵਟਾਂਦਰਾ ਕੀਤੀ ਜਾਇਦਾਦ ਪ੍ਰਬੰਧਨ ਫਰਮ ਹੈ, ਜਿਸ ਦੇ ਪ੍ਰਭਾਵ ਨਿਵੇਸ਼ ਲੀਡਰਸ਼ਿਪ 'ਚ ਇੱਕ ਮਜ਼ਬੂਤ ਟਰੈਕ ਰਿਕਾਰਡ ਹੈ। ਡੰਡੀ ਦਿੱਲੀ ਸਰਕਾਰ ਵੱਲੋਂ ਅਦਾਲਤ ਨੂੰ ਇਹ ਸੂਚਿਤ ਕੀਤਾ ਜਾਣ ਦੇ ਨਾਲ ਹੀ ਉਹ ਦਿੱਲੀ ਗੁਰਦੁਆਰਾ ਚੋਣਾਂ 15 ਅਪ੍ਰੈਲ ਨੂੰ ਕਰਵਾਉਣ ਜਾ ਰਹੀ ਹੈ। ਇਹਨਾਂ ਚੋਣਾਂ ਨੂੰ ਲੜਨ ਦੀਆਂ ਚਾਹਵਾਨ ਸਿੱਖ ਜਥੇਬੰਦੀਆਂ ਦੀਆਂ ਸਰਗਰਮੀਆਂ 'ਚ ਤੇਜ਼ੀ ਆ ਗਈ ਹੈ। ਡੰਡੀ ਜਿੱਥੇ ਸ਼੍ਰੋਮਣੀ ਅਕਾਲੀ ਦਲ, ਸਰਨਾ, ਜਾਗੋ
ਜਗ ਆਸਰਾ ਗੁਰੂ ਓਟ ਜੀ ਕੇ ਆਦਿ ਜਥੇਬੰਦੀਆਂ ਦੇ ਮੁਖੀਆਂ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਅਤੇ ਆਪਣੇ ਚੋਣ ਐਲਾਨ ਪੱਤਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹੀ ਛੋਟੀਆਂ ਪਾਰਟੀਆਂ ਦੇ ਮੁਖੀਆਂ ਨੇ ਵੱਡੀਆਂ ਜਥੇਬੰਦੀਆਂ ਦੇ ਨਾਲ ਚੋਣ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੇਂਦਰੀ ਲੀਡਰਸ਼ਿਪ ਇਸ ਗੱਲ ਦਾ ਮੰਥਨ ਕਰਨ 'ਚ ਜੁਟ ਗਈ ਹੈ ਕਿ ਉਸ ਨੂੰ ਇਹ ਚੋਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਹੀ ਅਗਵਾਈ 'ਚ ਲੜਨੀ ਹੈ ਜਾਂ ਕਿਸੇ ਹੋਰ ਪ੍ਰਭਾਵਸ਼ਾਲੀ ਮੁਖੀ ਦੀ ਭਾਲ ਕਰਨੀ ਹੈ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਪਿਛਲੀਆਂ 2013 ਅਤੇ 2017 ਦੀਆਂ ਚੋਣਾਂ ਬਾਦਲ ਅਕਾਲੀ ਦਲ ਨੇ ਮਨਜੀਤ ਸਿੰਘ ਜੀਕੇ ਦੀ ਅਗਵਾਈ 'ਚ ਲੜੀਆਂ ਰਿਕਾਰਡ ਜਿੱਤ ਹਾਸਲ ਕੀਤੀ ਸੀ, ਜਦਕਿ ਇਸ ਵਾਰ ਉਹ ਜੀਕੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਦੇ ਕਾਰਨ ਪਾਰਟੀ ਤੋਂ ਬਾਹਰ ਕਰ ਦਿੱਤੇ ਜਾਣ ਦੇ ਬਾਅਦ ਉਹ ਇਸ ਵਾਰ ਨਵੀਂ ਪਾਰਟੀ ਜਾਗੋ ਦਾ ਗਠਨ ਕਰਕੇ ਉਸ ਦੇ ਝੰਡੇ ਹੇਠ ਉਸ ਨੂੰ ਚੁਣੌਤੀ ਦੇਣ ਲਈ ਮੈਦਾਨ 'ਚ ਹੈ। ਅਜਿਹੀ ਹਾਲਤ 'ਚ ਬਾਦਲ ਅਕਾਲੀ ਦਲ ਦੀ ਹਾਈ ਕਮਾਨ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਹ ਚੋਣ ਕਿਸੇ ਅਜਿਹੇ ਮੁਖੀ ਦੀ ਅਗਵਾਈ 'ਚ ਲੜੇ ਜੋ ਮਨਜੀਤ ਸਿੰਘ ਜੀਕੇ ਨੂੰ ਚੁਣੌਤੀ ਦੇ ਸਕੇ। ਹਾਲਾਂਕਿ ਇਸ ਸਮੇਂ ਦਿੱਲੀ ਪ੍ਰਦੇਸ਼ ਅਕਾਲੀ ਦਲ ਬਾਦਲ ਦੀ ਅਗਵਾਈ ਹਰਮੀਤ ਸਿੰਘ ਕਾਲਕਾ ਦੇ ਹੱਥਾਂ 'ਚ ਹੈ, ਜੋ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਵੀ ਹਨ। ਇਸ ਦੇ ਬਾਵਜੂਦ ਮੰਨਿਆ ਜਾਂਦਾ ਹੈ ਕਿ ਪ੍ਰਦੇਸ਼ ਅਕਾਲੀ ਦਲ ਦੀ ਲਗਾਮ ਮੁੱਖ ਤੌਰ 'ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਹੱਥਾਂ 'ਚ ਹੈ। ਉਹੀ ਉਸ ਦੀਆਂ ਨੀਤੀਆਂ ਬਣਾਉਣ ਅਤੇ ਉਹਨਾਂ ਦਾ ਸੰਚਾਲਨ ਕਰਦੇ ਹਨ, ਜਿਸ ਕਾਰਨ ਪਾਰਟੀ ਅਤੇ ਪਾਰਟੀ ਦੇ ਬਾਹਰ ਇਹੀ ਸੰਦੇਸ਼ ਜਾ ਰਿਹਾ ਹੈ ਕਿ ਸਰਦਾਰ ਸਿਰਸਾ ਗੁਰਦੁਆਰਾ ਕਮੇਟੀ ਅਤੇ ਪ੍ਰਦੇਸ਼ ਅਕਾਲੀ ਦਲ ਦੋਵਾਂ ਦੇ ਸਾਧਨਾਂ ਦੀ ਵਰਤੋਂ ਆਪਣਾ ਅਕਸ ਉਭਾਰਨ ਲਈ ਕਰ ਰਹੇ ਹਨ। ਜਿਸ ਦੇ ਕਾਰਨ ਦਲ ਦੇ ਕਈ ਮੁਖੀ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਦਲ ਨੂੰ ਅਲਵਿਦਾ ਕਹਿ ਕੇ ਦੂਸਰੀਆਂ ਪਾਰਟੀਆਂ ਦਾ ਪੱਲਾ ਫੜ ਰਹੇ ਹਨ। ਸਿੱਟੇ ਵਜੋਂ ਦਲ ਦਾ ਗ੍ਰਾਫ ਲਗਾਤਾਰ ਡਿੱਗਦਾ ਚਲਿਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਇਹੀ ਹਾਲਤ ਚੱਲਦੀ ਰਹੀ ਤਾਂ ਗੁਰਦੁਆਰਾ ਚੋਣਾਂ 'ਚ ਬਾਦਲ ਅਕਾਲੀ ਦਲ ਦੇ ਲਈ ਗੁਰਦੁਆਰਾ ਕਮੇਟੀ ਦੀ ਸੱਤਾ 'ਤੇ ਵਾਪਸੀ ਤਾਂ ਦੂਰ ਰਹੀ, ਆਪਣੀ ਸਾਖ ਤੱਕ ਬਚਾ ਸਕਣਾ ਵੀ ਔਖਾ ਹੋ ਜਾਵੇਗਾ। ਪ੍ਰਦੇਸ਼ ਅਕਾਲੀ ਦਲ ਬਾਦਲ ਦੇ ਨੇੜਲੇ ਸੂਤਰਾਂ ਦੇ ਅਨੁਸਾਰ ਪ੍ਰਦੇਸ਼ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਅਕਸ ਸਰਦਾਰ ਸਿਰਸਾ ਨਾਲੋਂ ਕਿਤੇ ਚੰਗਾ ਹੈ। ਉਹ 1975 ਤੋਂ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਸਿਆਸਤ ਨਾਲ ਜੁੜੇ ਚਲੇ ਆ ਰਹੇ ਹਨ। ਇਸ ਦੇ ਨਾਲ ਹੀ ਦਲ ਦੀ ਅਗਵਾਈ ਦੇ ਪ੍ਰਤੀ ਉਹਨਾਂ ਦੀ ਵਫਾਦਾਰੀ ਸਾਫ਼ ਸੁਥਰੀ ਰਹੀ ਹੈ। ਸਰਦਾਰ ਹਿੱਤ ਦੇ ਸਾਥੀਆਂ ਅਨੁਸਾਰ ਉਹਨਾਂ ਦੀ ਲੀਡਰਸ਼ਿਪ ਗੁਰਦੁਆਰਾ ਚੋਣਾਂ 'ਚ ਭਾਵੇਂ ਗੁਰਦੁਆਰਾ ਕਮੇਟੀ ਦੀ ਸੱਤਾ 'ਤੇ ਦਲ ਦੀ ਵਾਪਸੀ ਨਾ ਕਰਵਾ ਸਕੇ, ਪਰ ਉਸ ਦੀ ਸਾਖ ਬਚਾ ਸਕਣ 'ਚ ਜ਼ਰੂਰ ਸਫਲ ਹੋ ਸਕਦੀ ਹੈ।
ਚੋਣਾਂ ਤੋਂ ਪਹਿਲਾਂ ਅਸਾਸਿਆਂ ਦਾ ਐਲਾਨ ਕਰਨ ਸ਼੍ਰੋਮਣੀ ਪੰਥਕ ਫੋਰਮ ਦੇ ਮੁਖੀ ਡਾਕਟਰ ਹਰਮੀਤ ਸਿੰਘ ਅਤੇ ਕੁਲਬੀਰ ਸਿੰਘ ਨੇ ਕਿਹਾ ਹੈ ਕਿ ਗੁਰਦੁਆਰਾ ਚੋਣਾਂ ਦੇ ਮੈਦਾਨ 'ਚ ਉਤਰਨ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਪਾਰਟੀ ਟਿਕਟ ਲੈਣ ਦੇ ਨਾਲ ਹੀ ਆਪਣੀ ਚਲ ਅਚਲ ਜਾਇਦਾਦ ਦਾ ਐਲਾਨ ਕਰਨ ਦੇ ਨਾਲ ਹੀ ਅਜਿਹਾ ਐਲਾਨ ਹਰ ਸਾਲ ਕਰਨ ਦਾ ਭਰੋਸਾ ਦੇਣਾ ਚਾਹੀਦਾ ਹੈ, ਜਿਸ ਨਾਲ ਉਹਨਾਂ ਦਾ ਸਾਫ ਸੁਥਰਾ ਅਕਸ ਹੋਣ ਦੇ ਪ੍ਰਤੀ ਸਿੱਖਾਂ ਦਾ ਵਿਸ਼ਵਾਸ ਬਣਿਆ ਰਹਿ ਸਕੇ। ਡੰਡੀ ਖਾਲਿਸਤਾਨ ਬਨਾਮ ਸਿੱਖ ਮਾਨਤਾਵਾਂ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ RS ਸੋਢੀ ਨੇ ਸਮੇਂ-ਸਮੇਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਉੱਠਦੀ ਰਹਿਣ ਵਾਲੀ ਆਵਾਜ਼ ਨੂੰ ਸਿੱਖ ਧਰਮ ਦੇ ਮੂਲ ਆਦਰਸ਼ਾਂ ਤੋਂ ਭਟਕ ਗੁੰਮਰਾਹ ਹੋ ਚੁੱਕੇ ਕੁਝ ਸਿੱਖਾਂ ਦੀ ਆਵਾਜ਼ ਕਰਾਰ ਦਿੱਤਾ। ਡੰਡੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਨਾ ਤਾਂ ਖਾਲਸਾ ਦੀ ਮੂਲ ਪਰਿਭਾਸ਼ਾ ਦੀ ਸਮਝ ਹੈ ਅਤੇ ਨਾ ਹੀ ਉਹਨਾਂ ਦੇ ਕੋਲ ਖਾਲਿਸਤਾਨ ਨਾਲ ਸੰਬੰਧਿਤ ਕੋਈ ਸਪਸ਼ਟ ਨੀਤੀ ਹੀ ਹੈ, ਜਿਸ ਤੋਂ ਜਾਪਦਾ ਹੈ ਕਿ ਉਹ ਆਪਣੇ ਕਿਸੇ ਸਵਾਰਥ ਦੀ ਪੂਰਤੀ ਲਈ ਹੀ ਖਾਲਿਸਤਾਨ ਦਾ ਰਾਗ ਆਲਾਪ ਰਹੇ ਹਨ। ਡੰਡੀ ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਦੇਸ਼ ਭਰ ਦੀ ਹੀ ਨਹੀਂ ਸਗੋਂ ਵਿਸ਼ਵ ਦੇ ਕਈ ਦੇਸ਼ਾਂ ਦੀ ਯਾਤਰਾ ਕਰਕੇ ਮਨੁੱਖੀ ਕਦਰਾਂ ਕੀਮਤਾਂ 'ਤੇ ਆਧਾਰਿਤ ਸਾਂਝੀਵਾਲਤਾ, ਸਦਭਾਵਨਾ ਅਤੇ ਪਿਆਰ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਇਆ। ਡੰਡੀ ਅਕਾਲੀ ਸਿਆਸਤ ਦਾ ਡਿੱਗਦਾ ਜਾ ਰਿਹਾ ਪੱਧਰ ਨਾਪੱਖੀ ਅਕਾਲੀ ਸਿਆਸਤ ਦਾ ਇੱਕ ਅਜਿਹਾ ਅਟੁੱਟ ਦੁਖਾਂਤ ਬਣ ਗਿਆ, ਉਸ ਤੋਂ ਕਿਸੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੁਕਤੀ ਨਹੀਂ ਮਿਲ ਸਕਦੀ। ਡੰਡੀ ਇਹ ਦਾਅਵਾ ਇੱਕ ਸੀਨੀਅਰ ਟਕਸਾਲੀ ਅਕਾਲੀ ਨੇਤਾ ਨੇ ਨਿੱਜੀ ਗੱਲਬਾਤ 'ਚ ਕੀਤਾ। ਡੰਡੀ ਉਹਨਾਂ ਨੇ ਮੰਨਿਆ ਕਿ ਹਾਲਾਂਕਿ ਅੱਜ ਦੇ ਸਮੁੱਚੇ ਸਿਆਸੀ ਖੇਤਰ 'ਚ ਹੀ ਕੁਝ ਅਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਹਨ ਕਿ ਨਾਪੱਖੀ ਦੀ ਇਸ ਦਲਦਲ ਭਰੀ ਸਿਆਸਤ 'ਚ ਨਾ ਸਿਰਫ ਅਕਾਲੀ ਸਗੋਂ ਦੇਸ਼ ਦੀਆਂ ਦੂਸਰੀਆਂ ਵੀ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਹੀ ਬੁਰੀ ਤਰ੍ਹਾਂ ਫਸ ਚੁੱਕੀਆਂ ਹਨ। ਡੰਡੀ ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਸਿਆਸਤ 'ਚ ਨਾਪੱਖੀ ਦਾ ਦਾਖਲਾ ਇਸ ਕਾਰਨ ਚੁਭਦਾ ਹੈ ਕਿਉਂਕਿ ਇਸ ਦੀ ਸਥਾਪਨਾ ਇੱਕ ਸਿਆਸੀ ਪਾਰਟੀ ਦੇ ਰੂਪ 'ਚ ਨਹੀਂ ਕੀਤੀ ਗਈ ਸੀ, ਸਗੋਂ ਇਸ ਦੀ ਸਥਾਪਨਾ ਦਾ ਮਕਸਦ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਅਤੇ ਧਾਰਮਿਕ ਸੰਸਥਾਵਾਂ 'ਚ ਧਾਰਮਿਕ ਮਾਨਤਾਵਾਂ, ਮਰਿਆਦਾਵਾਂ ਅਤੇ ਰਵਾਇਤਾਂ ਨੂੰ ਬਹਾਲ ਰੱਖਣ 'ਚ ਸਹਿਯੋਗ ਕਰਨਾ ਨਿਸ਼ਚਿਤ ਕੀਤਾ ਗਿਆ ਸੀ। ਪਰ ਨਾਪੱਖੀ ਦਾ ਸ਼ਿਕਾਰ ਹੀ ਉਹ ਆਪਣੇ ਆਦਰਸ਼ ਤੋਂ ਭਟਕ ਗਿਆ। ਡੰਡੀ ਅਤੇ ਅਖੀਰ 'ਚ ਕੁਝ ਦਿਨ ਹੋਏ ਅਜਮੇਰ ਸਿੰਘ ਲਿਖਤ ਪੁਸਤਕ ਕਿਸ ਬਿਦ ਰੂਲੀ ਪਾਤਸ਼ਾਹੀ ਪੜ੍ਹਨ ਨੂੰ ਮਿਲੀ, ਉਸ 'ਚ ਇੱਕ ਥਾਂ 'ਤੇ ਸੱਤਾ 'ਚ ਆਉਣ 'ਤੇ ਮਨੁੱਖ ਦੀ ਜੋ ਦਸ਼ਾ ਹੁੰਦੀ ਹੈ ਉਸ ਦਾ ਵਰਣਨ ਕਰਦੇ ਹੋਏ ਲਿਖਿਆ ਹੈ ਕਿ ਜਦੋਂ ਕੋਈ ਵਿਅਕਤੀ ਸਮਾਜ 'ਚ ਵਿਸ਼ੇਸ਼ ਦਰਜਾ ਹਾਸਲ ਕਰ ਲੈਂਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਵਿਸ਼ੇਸ਼ ਅਧਿਕਾਰ ਅਤੇ ਸੁੱਖ ਸਹੂਲਤਾਂ ਦਾ ਆਨੰਦ ਭੋਗਣ ਲੱਗਦਾ ਹੈ ਤਾਂ ਉਸ ਦੇ ਅੰਦਰੋਂ ਹੌਲੀ-ਹੌਲੀ ਕੌਮੀ ਭਾਈਚਾਰੇ ਦੀ ਭਾਵਨਾ ਦਮ ਤੋੜਨ ਲੱਗਦੀ ਹੈ। ਡੰਡੀ ਉਹ ਕੌਮੀ ਹਿੱਤਾਂ ਤੋਂ ਆਪਣੇ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਦੀ ਕੁਰੂਚੀ ਦਾ ਸ਼ਿਕਾਰ ਹੋ ਜਾਂਦਾ ਹੈ। ਡੰਡੀ ਸੱਤਾ ਦੀ ਲਾਲਸਾ ਨੇ ਸਿੱਖਾਂ ਨੂੰ
ਕਿੱਥੋਂ ਕਿੱਥੇ ਪਹੁੰਚਾ ਦਿੱਤਾ। ਇਸ ਦਾ ਵਰਣਨ ਕਰਦੇ ਹੋਏ ਲਿਖਿਆ ਹੈ, ਖਾਲਸੇ ਦੇ ਅੰਦਰ ਆਪਸੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਕਮਜ਼ੋਰ ਪੈ ਗਈ। ਇਸ ਦੀ ਥਾਂ ਆਪਸੀ ਵਿਰੋਧੀ ਖਦਸ਼ਿਆਂ ਅਤੇ ਸਾੜੇ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ, ਨਿੱਜਵਾਦ ਅਤੇ ਹੰਕਾਰ ਨੇ ਨਿਗਲ ਲਈ ਡੰਡੀ। ਇਸੇ ਤਰ੍ਹਾਂ ਪ੍ਰਿੰਸੀਪਲ ਸਤਬੀਰ ਸਿੰਘ ਨੇ ਸਿੱਖ ਰਾਜ ਕਿਵੇਂ ਗਿਆ ਸਵਾਲ ਦਾ ਜਵਾਬ ਦਿੰਦੇ ਹੋਏ ਲਿਖਿਆ, ਇੱਕ ਤਾਂ ਜਿਨ੍ਹਾਂ ਦੇ ਹੱਥਾਂ 'ਚ ਤਾਕਤ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇੰਨੀ ਦੂਰ ਅੰਦੇਸ਼ੀ ਦੇ ਮਾਲਕ ਨਾ ਰਹੇ ਕਿ ਅੰਦਰ ਦੀ ਗੱਲ ਜਾਣ ਸਕਦੇ ਡੰਡੀ। ਦੂਸਰਾ, ਲੋਕ ਖੁਸ਼ਹਾਲੀ ਦੇ ਕਾਰਨ ਗੈਰ ਸਰਗਰਮ ਅਤੇ ਲਾਪਰਵਾਹ ਹੋ ਗਏ ਡੰਡੀ। ਤੀਸਰਾ, ਸਿੱਖ ਦਾ ਦੁਸ਼ਮਣ ਹੋ ਗਿਆ। ਆਈ ਵਿਪਤਾ ਦੇ ਸਮੇਂ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ ਡੰਡੀ। ਇਹ ਗੱਲਾਂ ਉਹਨਾਂ ਵਿਦਵਾਨਾਂ ਦੀਆਂ ਹਨ ਜੋ ਧਰਮ ਅਤੇ ਸਿਆਸਤ ਨੂੰ ਆਪਸੀ ਸਾਂਝ 'ਚ ਵਿਸ਼ਵਾਸ ਰੱਖਦੇ ਹਨ ਅਤੇ ਆਜ਼ਾਦ ਸਿੱਖ ਸੱਤਾ ਦੀ ਵਾਪਸੀ ਦੀ ਸਮਰਥਕ ਮੰਨੇ ਜਾਂਦੇ ਰਹੇ ਹਨ ਡੰਡੀ।